ਤੋ ਸੋ ਨਾ ਨਾਥ ਅਨਾਥ ਨਾ ਮੋਸਰ। ਤੋ ਸੋ ਨਾ ਦਾਨੀ ਨਾ ਮੋਸ ਭਿਖਾਰੀ। ਮੋਸ ਨਾ ਦੀਨ ਦਇਆਲ ਨਾ ਤੋ ਸਰ। ਮੋਸ ਅਗਿਆਨ ਨਾ ਤੋ ਸੋ ਵਿਚਾਰੀ। ਮੋਸੋ ਨਾ ਪਤਿਤ ਨਾ ਪਾਵਨ ਤੋ ਸਰ। ਮੋਸੋ ਬੇਕਾਰੀ ਨਾ ਤੋ ਸੋ ਉਪਕਾਰੀ। ਮੇਰੇ ਹੈ ਅਵਗੁਣ ਤੂ ਗੁਣ ਸਾਗਰ। ਜਾਤ ਰਸਾਤਲ ਓਟ ਤਿਹਾਰੀ। ਲਿਖੈ ਕਤਹਿ ਨਾ ਛੁਟੀਐ ਖਿਨ ਖਿਨ ਭੁਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ। ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੁ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਗੁਰ ਪੂਰੇ ਰਾਖਿਆ ਦੇ ਹਾਥ। ਪ੍ਰਗਟ ਭਇਆ ਜਗ ਕਾ ਪ੍ਰਤਾਪ। ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਜੀ ਕੀ ਅਰਦਾਸ ਗੁਰੂ ਕਹਿ ਪਾਈ। ਰਹਾਉ ਸਰਨ ਪਰੇ ਸਾਚੇ ਗੁਰਦੇਵ। ਪੂਰਨ ਹੋਈ ਸੇਵਕ ਸੇਵਾ। ਜਿਉ ਪਿੰਡ ਜੋਬਨ ਰਾਖੈ ਪ੍ਰਾਨ। ਕਹੋ ਨਾਨਕ ਗੁਰ ਕਾ ਕੁਰਬਾਨ।
ਕਹੋ ਨਾਨਕ ਗੁਰ ਕਾ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ, ਸ਼ਬਦਾ ਅਵਤਾਰ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਹਜੂਰ ਦੇ ਸਾਹਿਬਜ਼ਾਦਾ, ਮੇਰੀ ਪੀਰੀ ਦੇ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਜੂਰ ਦਾ ਜਿਸ ਸਮੇਂ ਅਵਤਾਰ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਸਿੱਖ ਸੰਗਤਾਂ ਨੇ ਵਧਾਈਆਂ ਦਿੱਤੀਆਂ। ਥੋੜ੍ਹੇ ਸਮੇਂ ਬਾਅਦ ਮਹਾਰਾਜ ਸਾਹਿਬ ਜੀ ਦੇ ਜੋ ਪਾਵਨ ਸਰੀਰ ਦੇ ਉੱਪਰ ਜੋ ਤਾਪ ਦਾ ਸਾਧ ਸੰਗਤ ਜੀ ਰੋਗ ਆਇਆ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਤੋਂ ਜੇ ਸਮੇਂ ਮਹਿਲਾਂ ਦੇ ਵਿੱਚ ਗਏ ਸਨ, ਹਜੂਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਆਪਣਾ ਸੀਸ ਰੱਖ ਕੇ ਮੁਖ ਤੋਂ ਸਤਿਨਾਮ ਸ੍ਰੀ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ। ਹਜੂਰ ਨੇ ਸਾਰਾ ਹੀ ਤਾਪ ਉਸ ਸਮੇਂ ਨਿਵਰਤ ਕਰ ਦਿੱਤਾ। ਤੇ ਜਦੋਂ ਸਿੱਖ ਸੰਗਤਾਂ ਨੇ ਬੇਨਤੀ ਕਰਕੇ ਪੁੱਛਿਆ ਹੈ, ਮਹਾਰਾਜ ਆਪ ਜੀ ਦੇ ਸਾਹਿਬਜ਼ਾਦਾ ਜੀ ਦਾ ਤਾਪ ਉਤਰ ਗਿਆ। ਮਹਾਰਾਜ ਸਾਹਿਬ ਜੀ ਨੇ ਪਾਵਨ ਸ਼ਬਦ ਆਸਾ ਰਾਗ ਦੇ ਅੰਦਰ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਪੂਰੇ ਸਤਿਗੁਰੂ ਜੀ ਰੱਖ ਦਿੰਦੇ ਆ, ਉਹਨਾਂ ਦੇ ਤਨ ਦੇ ਮਨ ਦੇ ਸਾਰੇ ਤਾਪ ਲਹਿ ਜਾਂਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜੋ ਸਿੱਖ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਬੇਨਤੀ ਕਰਦੇ ਆ, ਗਰੀਬ ਨਵਾਜ ਸਤਿਗੁਰੂ ਜੀ ਸਭ ਤਾਪ ਉਹਨਾਂ ਦੇ ਦੂਰ ਕਰ ਦਿੰਦੇ ਹਨ। ਇਹ ਮਹਾਰਾਜ ਸਾਹਿਬ ਜੀ ਦਾ ਬਿਰਦ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ। ਤਾ ਕਉ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਇਹ ਮਹਾਰਾਜ ਸਾਹਿਬ ਜੀ ਦਾ ਧਰਮ ਹੈ, ਬਿਰਦ ਹੈ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਪਿਆਰ ਨਾਲ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਅਰਜ਼ੋਈ ਕਰਦਾ ਹੈ, ਸਤਿਗੁਰੂ ਜੀ ਸਾਰੇ ਉਹਦੇ ਤਾਪ ਦੂਰ ਕਰ ਦਿੰਦੇ, ਵਿਘਨਾਂ ਨੂੰ ਟਾਲ ਦਿੰਦੇ ਹਨ। ਆਓ ਸਾਧ ਸੰਗਤ ਜੀ, ਪਿਆਰ ਦੇ ਨਾਲ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਗੁਰਪੂਰੇ ਰਾਖਿਆ ਦੇ ਹਾਥ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹਨ। ਐ ਗੁਰ ਸਿੱਖੋ,
ਪੂਰੇ ਸਤਿਗੁਰਾਂ ਨੇ ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਭਰਿਆ ਜਿਨ੍ਹਾਂ ਦੇ ਸਿਰ ਤੇ ਹੱਥ ਰੱਖਿਆ ਹੈ। ਪ੍ਰਗਟ ਭਇਆ ਜਨ ਕਾ ਪ੍ਰਤਾਪ, ਉਹਨਾਂ ਦੇ ਜੀਵਨ ਵਿੱਚ ਪੈਣ ਵਾਲੇ ਵਿਘਨ ਔਰ ਜੋ ਤਾਪ ਹਨ ਸਾਰੇ ਨਾਸ਼ ਹੋ ਜਾਂਦੇ ਹਨ। ਫਿਰ ਸਭ ਥਾਵਾਂ ਤੇ ਉਹਨਾਂ ਦਾ ਪ੍ਰਤਾਪ ਪ੍ਰਗਟ ਹੋ ਜਾਂਦਾ ਹੈ, ਜ਼ਾਹਰ ਹੋ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਪ੍ਰਕਾਸ਼ ਹੁੰਦਾ ਹੈ, ਤੇ ਵੀ ਉਹਨਾਂ ਵਾਹਿਗੁਰੂ ਦੇ ਪਿਆਰੇ ਜਨਾਂ ਦਾ ਪ੍ਰਤਾਪ ਸਭ ਥਾਵਾਂ ਤੇ ਪ੍ਰਕਾਸ਼ ਜਾਂਦਾ ਹੈ। ਹਰ ਕੋਈ ਉਹਨਾਂ ਦਾ ਫਿਰ ਜਸ ਗਾਉਂਦਾ ਹੈ, ਹਰ ਕੋਈ ਜੀਵ ਉਹਨਾਂ ਦੀ ਸ਼ੋਭਾ ਕਰਦਾ ਹੈ। ਜਿਨ੍ਹਾਂ ਦੇ ਸੀਸ ਤੇ ਮਿਹਰ ਭਰੇ ਹੱਥ ਰੱਖ ਪੂਰੇ ਸਤਿਗੁਰੂ ਜੀ ਰੱਖ ਦਿੰਦੇ ਹੈ, ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ। ਸਾਧ ਸੰਗਤ ਜੀ, ਮਹਾਨ ਐਸੇ ਪਿਆਰ ਵਾਲੇ ਸਤਿਗੁਰਾਂ ਦੇ ਸਿੱਖਾਂ ਦੇ ਜੀਵਨ ਹਨ। ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨੇ ਤੋਂ ਪਹਿਲਾਂ ਭਾਵੇਂ ਜੀਵਨ ਬਹੁਤ ਆਚਰਣ ਗਿਰਿਆ ਹੋਇਆ ਸੀ, ਪਰ ਪੂਰਬਲਾ ਚੰਗਾ ਸੰਸਕਾਰ ਨਿਸ਼ਕਾਮ ਕਰਮ ਅੱਗੇ ਆਉਣੇ ਕਰਕੇ, ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤੀ ਹੋਣੇ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਤੇ ਮਿਹਰ ਭਰਿਆ ਹੱਥ ਰੱਖਣੇ ਕਰਕੇ ਐਸਾ ਮਹਾਨ ਪ੍ਰਤਾਪ ਸੰਸਾਰ ਦੇ ਅੰਦਰ ਵਧਿਆ। ਸੰਸਾਰ ਭਰ ਦੇ ਅੰਦਰ ਸਭ ਥਾਵਾਂ ਤੇ ਸ਼ੋਭਾ ਪ੍ਰਾਪਤ ਹੋਈ ਹੈ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਕਿਉਂਕਿ ਜਿਨ੍ਹਾਂ ਦੇ ਵੱਲ ਗਰੀਬ ਨਵਾਜ਼ ਸਤਿਗੁਰੂ ਜੀ ਆਪ ਆ ਕਰਕੇ ਖਲੋ ਜਾਂਦੇ ਹੈ, ਉਹਨਾਂ ਦੇ ਸਮਸਤ ਕੋਈ ਵੀ ਦੁਨੀਆ ਦੀ ਤਾਕਤ, ਕੋਈ ਸ਼ਕਤੀ ਪੁੱਜ ਨਹੀਂ ਸਕਦੀ। ਭਾਵੇਂ ਬੇਅੰਤ ਦੁਨੀਆ ਦੇ ਸਾਧਨ ਸ਼ਕਤੀਆਂ ਵਾਲੇ ਯਤਨ ਕਰਦੇ ਹਨ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਰਾਹੀਂ ਵੀ ਯਤਨ ਕੀਤਾ ਜਾਂਦਾ ਹੈ, ਟੂਣੇ ਟਾਮਣ ਕਰ ਕਰਕੇ ਬਹੁਤ ਤਮਾਮ ਯਤਨ ਕੀਤੇ ਜਾਂਦੇ ਹਨ ਵਸ ਵਿੱਚ ਕਰਨੇ ਦੇ ਲਈ। ਪਰ ਜਿਨ੍ਹਾਂ ਦੇ ਵੱਲ ਗਰੀਬ ਨਵਾਜ਼ ਸਤਿਗੁਰੂ ਜੀ ਹੋ ਜਾਂਦੇ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਉੱਪਰ ਕਿਸੇ ਟੂਣੇ ਟਾਮਣ ਦਾ, ਕਿਸੇ ਜੰਤਰ ਮੰਤਰ ਦਾ, ਕੋਈ ਦੁਨੀਆ ਦੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦਾ ਬਲ, ਉਹਨਾਂ ਦਾ ਪ੍ਰਭਾਵ ਨਹੀਂ ਚੱਲ ਸਕਦਾ। ਕਿਉਂਕਿ ਪੂਰੇ ਸਤਿਗੁਰੂ ਜੀ ਜੈਸਾ ਕੋਈ ਸ਼ਕਤੀ ਵਾਲਾ ਔਰ ਸਰਬ ਕਲਾ ਸਮਰੱਥਾ ਵਾਲਾ ਕੋਈ ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ, ਗੁਰਸਿੱਖੋ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਵੱਡੇ ਸਤਿਗੁਰਾਂ ਦਾ ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਿਆ ਜਾਂਦਾ ਹੈ, ਹਜ਼ੂਰ ਦੀ ਬਖਸ਼ਿਸ਼ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦਾ ਪ੍ਰਤਾਪ ਸਭ ਥਾਵਾਂ ਤੇ ਪ੍ਰਗਟ ਹੋ ਜਾਂਦਾ ਹੈ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਉਹ ਗੁਰਮੁਖ ਪਿਆਰੇ ਹਰ ਸਮੇਂ ਮਨ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਕਰਕੇ ਜਪਦੇ ਹਨ। ਬਾਣੀ ਕਰਕੇ ਵੀ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਜੀ ਦਾ ਜਾਪ ਕਰਦੇ ਹੈ। ਸਰੀਰ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਨ। ਭਾਵ ਰੋਮ ਰੋਮ ਕਰਕੇ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਹਰ ਇੱਕ ਰੋਮ, ਸਰੀਰ ਦਾ ਹਰ ਇੱਕ ਵਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਦਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਐਸੀ ਗੁਰਮੁਖਾਂ ਨੂੰ ਅਵਸਥਾ ਪ੍ਰਾਪਤ ਹੋ ਜਾਂਦੀ, ਹਰ ਇੱਕ ਸਰੀਰ ਦਾ ਰੋਮ ਰਸਨਾ ਰੂਪ ਧਾਰਨ ਕਰ ਲੈਂਦਾ ਹੈ। ਹਰ ਇੱਕ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਗੁਰੂ ਗੁਰੂ ਦਾ ਜਾਪ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਦੇ ਸੀਸ ਤੇ ਮਿਹਰ ਭਰਿਆ ਮਹਾਰਾਜ ਹੱਥ ਰੱਖ ਦਿੰਦੇ ਹਨ, ਐਸੀ ਮਹਾਰਾਜ ਕਹਿੰਦੇ ਉਹਨਾਂ ਦੀ ਮਹਾਨ ਸੰਸਾਰ ਦੇ ਅੰਦਰ ਸ਼ੋਭਾ ਹੋਣ ਲੱਗ ਪੈਂਦੀ ਹੈ, ਤੇ ਜਿਨ੍ਹਾਂ ਦੇ ਸਮਸਤ ਕੋਈ ਪੁੱਜ ਨਹੀਂ ਸਕਦਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਉਚਾਰਨ ਕਰ ਰਹੇ ਨੇ, ਗੁਰ ਗੁਰ ਜਪੀ ਗੁਰੂ ਗੁਰ ਧਿਆਈ। ਇਹ ਪ੍ਰਾਣਾ ਤਾਰੇ ਜੀਵ ਪੂਰੇ ਸਤਿਗੁਰੂ ਜੀ ਦਾ ਜਾਪ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨਿਸ਼ਚੈ ਕਰਕੇ ਜਾਣ, ਮਨ ਕਰਕੇ ਵੀ ਗੁਰੂ ਗੁਰੂ ਜਪਿਆ ਕਰ, ਔਰ ਤਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਗੁਰੂ ਕਰਕੇ ਕਿ ਗਰੀਬ ਨਵਾਜ਼, हे ਸਤਿਗੁਰੂ ਜੀ, ਆਪ ਜੀ ਤੋਂ ਬਿਨਾਂ ਕੋਈ ਮਹਾਰਾਜ ਮੇਰਾ ਸਹਾਇਕ ਬਣਨ ਵਾਲਾ ਨਹੀਂ ਹੈ। ਆਪ ਜੀ ਤੋਂ ਬਿਨਾਂ ਕੋਈ ਮੇਰਾ ਰੱਖਿਆ ਕਰਨ ਵਾਲਾ ਨਹੀਂ ਹੈ। ਆਪ ਹੀ ਮਹਾਰਾਜ ਕਿਰਪਾ ਕਰਕੇ ਸਰਬ ਕੇ ਦਾਤੇ ਸਤਿਗੁਰੂ ਜੀ ਸਾਡੀ ਪਰਵਰਿਸ਼ ਪਾਲਣਾ ਕਰਨ ਵਾਲੇ ਹੋ। ਮਨ ਵਿੱਚ ਭਾਵਨਾ ਬਣਾ ਕੇ ਸਤਿਗੁਰੂ ਜੀ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਪਣਾ ਕਰ। ਜੀ ਕੀ ਅਰਦਾਸ ਗੁਰੂ ਪਹਿ
ਪਾਈ। ਤੇ ਜੋ ਜੀ ਹਿਰਦੇ ਦੀ ਅਰਦਾਸ ਹੈ ਨਾ, ਉਹ ਪੂਰੇ ਸਤਿਗੁਰੂ ਜੀ ਦੇ ਪਾਸ ਪਾਈ ਭਾਵ ਕਰਿਆ ਕਰ, ਮਹਾਰਾਜ ਜੀ ਦੇ ਅੱਗੇ ਪਾ ਦਿਆ ਕਰ। ਜਿਵੇਂ ਅਰਦਾਸ ਦੇ ਸਾਧ ਸੰਗਤ ਜੀ ਅਰਥ ਮਾਇਨਾ ਵੀ ਇਹੋ ਹੀ ਹੈ। ਅਰਜ਼ ਤੇ ਦਾਸਤ ਦੋ ਸ਼ਬਦਾਂ ਦਾ ਇਹ ਸੁਮੇਲ ਬਣਿਆ ਹੋਇਆ ਹੈ। ਅਰਜ਼ ਕਹਿੰਦੇ ਬੇਨਤੀ ਨੂੰ, ਦਾਸ ਕਿਹਾ ਜਾਂਦਾ ਅੱਗੇ ਰੱਖਣ ਨੂੰ। ਤੇ ਮਹਾਰਾਜ ਹਜੂਰ ਨੇ ਇੱਥੇ ਉਚਾਰਨ ਕੀਤਾ ਹੈ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਪਾਈ ਭਾਵ ਅੱਗੇ ਰੱਖਦੇ ਆ ਕਰ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ। ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਮਹਾਰਾਜ ਕਹਿੰਦੇ ਜੋ ਤੇਰੇ ਅੰਦਰ ਦੀ ਪੀੜਾ ਹੈ, ਜੋ ਤੇਰੇ ਅੰਦਰ ਦਾ ਦਰਦ ਹੈ, ਦੁੱਖ ਹੈ, ਉਹ ਸਤਿਗੁਰੂ ਜੀ ਤੋਂ ਬਿਨਾਂ ਉਹਨੂੰ ਕੋਈ ਦੂਰ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਿਆ ਕਰ, ਹਜੂਰ ਦੇ ਸਨਮੁਖ ਹੋ ਕਰਕੇ ਬੇਨਤੀ ਕਰਿਆ ਕਰ। ਹੇ ਮਹਾਰਾਜ, ਆਪ ਜੀ ਭਲਿਆਂ ਦੀ ਬੁਰਿਆਂ ਦੀ ਪੀੜਾ ਨੂੰ ਪਹਿਚਾਨਣ ਵਾਲੇ ਹੋ। ਹੇ ਗਰੀਬ ਨਵਾਜ, ਆਪ ਜੀ ਅੰਤਰਜਾਮੀ ਹੋ। ਮਹਾਰਾਜ ਹਰ ਇੱਕ ਦੇ ਦਿਲ ਦੀ ਆਪ ਜੀ ਮਹਾਰਾਜ ਹਰਕਤ ਨੂੰ ਪਹਿਚਾਨਣ ਵਾਲੇ ਹੋ। ਇੱਕ ਚਿੱਤ ਹੋ ਕੇ ਮਨ ਬਾਣੀ ਸਰੀਰ ਕਰਕੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਅਰਦਾਸ ਕਰਿਆ ਕਰ। ਸਾਧ ਸੰਗਤ ਜੀ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਦਾ ਅਸੀਂ ਮੁੱਖ ਵਾਕ ਪੜ੍ਹਦੇ ਹਾਂ ਗੁਰਬਾਣੀ ਅੰਦਰ ਕਿ ਮਾਲਕ ਦੇ ਨਾਲ ਸਾਧ ਸੰਗਤ ਜੀ ਕਦੇ ਹੁਕਮ ਨਹੀਂ ਚੱਲ ਸਕਦਾ। ਜੋ ਮਨੁੱਖ ਚਾਕਰੀ ਕਰਦਾ ਹੈ ਨਾ, ਗੋਲਾ ਹੁੰਦਾ, ਉਹ ਮਾਲਕ ਦੇ ਨਾਲ ਜੇ ਹੁਕਮ ਕਰੇ ਤੇ ਉਹਦੀ ਫਿਰ ਪ੍ਰਸੰਨਤਾ, ਉਹਦੀ ਖੁਸ਼ੀ ਨਹੀਂ ਲੈ ਸਕਦਾ। ਕਿਉਂਕਿ ਮਾਲਕ ਦੇ ਸਨਮੁਖ ਹੋ ਕਰਕੇ ਅਰਦਾਸ ਹੀ ਭਾਵੰਦੀ ਹੈ। ਜੋ ਚਾਕਰ ਦਾ ਫਰਜ਼ ਹੈ, ਧਰਮ ਹੈ, ਹੱਥ ਜੋੜ ਕਰਕੇ ਬੇਨਤੀ ਕਰਨੀ। ਮਹਾਰਾਜ ਕਹਿੰਦੇ ਜੇ ਮਾਲਕ ਦੇ ਤਾਂ ਹੁਕਮ ਕਰੇ ਕਿ ਇਵੇਂ ਹੋਣਾ ਹੀ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਸ਼ੋਭਾ ਨਹੀਂ ਪਾਵੰਦਾ। ਗਰੀਬ ਨਵਾਜ ਸਤਿਗੁਰੂ ਜੀ ਦੇ ਮੁੱਖ ਵਾਕ ਆਉਂਦੇ ਗੁਰਬਾਣੀ ਅੰਦਰ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਮਾਲਕ ਦੇ ਨਾਲ ਤਾਂ ਅਰਦਾਸ ਕਰਨੀ ਹੀ ਬਣਦੀ ਹੈ, ਸਤਿਗੁਰਾਂ ਦੇ ਸਨਮੁਖ ਹੋ ਕਰਕੇ ਬੇਨਤੀ ਕਰਨੀ ਹੀ ਬਣਦੀ ਹੈ। ਸੋ ਸਾਧ ਸੰਗਤ ਜੀ, ਅਰਦਾਸ ਦੇ ਬਾਬਤ ਮੈਨੂੰ ਯਾਦ ਆਇਆ ਕਿ ਮਹਾਂਪੁਰਖਾਂ ਦੇ ਬਾਬਾ ਜੀ ਦੇ ਕੋਲ ਬੈਠੇ ਸੀ, ਇਹਦੇ ਵਿਚਾਰ ਚੱਲ ਰਹੇ ਸੀ ਅਰਦਾਸ ਦੇ ਬਾਬਤ ਕਿ ਇੱਕ ਦੁਨਿਆਵੀ ਮਨੁੱਖ ਅਰਦਾਸ ਕਰਦਾ ਹੈ ਔਰ ਇੱਕ ਬੰਦਗੀ ਕਰਨ ਵਾਲਾ ਸਤਿਪੁਰਸ਼ ਅਰਦਾਸ ਕਰਦਾ, ਉਹਦੇ ਕਰਨੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ। ਦੁਨਿਆਵੀ ਮਨੁੱਖ ਅਰਦਾਸ ਤਾਂ ਉਹ ਵੀ ਭਾਵੇਂ ਕਰਦਾ, ਪਰ ਉਹਨੂੰ ਭਰੋਸਾ ਨਹੀਂ ਹੁੰਦਾ। ਜੋ ਮਹਾਰਾਜ ਸੱਚੇ ਪਾਤਸ਼ਾਹੀ ਦੇ ਪੂਰਨ ਵਿਸ਼ਵਾਸ ਰੱਖਦਾ ਹੈ, ਗੁਰਮੁਖ ਪਿਆਰਾ, ਬੰਦਗੀ ਕਰਨ ਵਾਲਾ ਗੁਰਮੁਖ ਜਾਨਾ, ਉਹਨੂੰ ਪੂਰਨ ਵਿਸ਼ਵਾਸ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਗਰੀਬ ਨਵਾਜ ਸਤਿਗੁਰਾਂ ਨੇ ਜ਼ਰੂਰ ਇਹ ਅਰਦਾਸ ਨੂੰ ਪੂਰੀਆਂ ਕਰਨਾ ਹੈ। ਸਾਧ ਸੰਗਤ ਜੀ, ਜੋ ਇੱਕ ਵਾਰ ਕਹਿੰਦੇ ਕਿ ਨਗਰ ਦੇ ਵਿੱਚ ਨਾ, ਨਗਰ ਦੇ ਲੋਕਾਂ ਨੇ ਮਿਲ ਕਰਕੇ ਅਰਦਾਸ ਕਰਨੀ ਸ਼ੁਰੂ ਕੀਤੀ। ਮੀਂਹ ਨਹੀਂ ਸੀ ਪੈ ਰਿਹਾ, ਵਰਖਾ ਨਾ ਪੈਣੇ ਕਰਕੇ ਤੇ ਖੇਤੀਬਾੜੀ ਵੀ ਜਿਹੜੀ ਖੇਤੀ ਉਹ ਵੀ ਸੁੱਕਦੀ ਜਾ ਰਹੀ ਸੀ। ਜੀਵ ਜੰਤੂ ਵੀ ਸਾਧ ਸੰਗਤ ਜੀ ਤਪਸ਼ ਦੇ ਨਾਲ ਦੁਖੀ ਹੋ ਰਹੇ ਸਨ। ਤੇ ਨਗਰ ਦੇ ਲੋਕ ਅਰਦਾਸ ਕਰਨ ਦੇ ਵਾਸਤੇ ਖੇਤਾਂ ਵਿੱਚ ਆਏ। ਕਿਸੇ ਭਲੇ ਪੁਰਸ਼ ਨੇ ਕਿਹਾ ਕਿ ਅਰਦਾਸ ਕਰਨੀ ਚਾਹੀਦੀ ਪਰਮਾਤਮਾ ਦੇ ਚਰਨਾਂ ਵਿੱਚ। ਪਹਿਲਾਂ ਸਭ ਥਾਵਾਂ 'ਤੇ ਜਾ ਕਰਕੇ ਜੋਤਸ਼ੀਆਂ ਕੋਲੋਂ ਵੀ ਜਾ ਕਰਕੇ ਦੇਖ ਲਿਆ, ਬਹੁਤ ਤਮਾਮ ਯਤਨ ਕਰ ਕਰਕੇ ਦੇਖ ਲਏ। ਕਿਸੇ ਭਲੇ ਪੁਰਸ਼ ਨੇ ਦੱਸ ਦਿੱਤਾ ਕਿ ਫਿਰ ਹੁਣ ਤਾਂ ਪਰਮਾਤਮਾ ਹੀ ਹੈ, ਅਕਾਲ ਪੁਰਖ ਹੀ ਹੈ ਜੀ, ਸਾਡੀ ਫਰਿਆਦ ਸੁਣ ਲਵੇ। ਤਾਂ ਸਾਰੇ ਨਗਰ ਦੇ ਲੋਕ ਮਿਲ ਕੇ ਜਦੋਂ ਅਰਦਾਸ ਕਰਨ ਲੱਗੇ, ਉੱਤੋਂ ਇੱਕ ਮਹਾਤਮਾ ਬੰਦਗੀ ਕਰਨ ਵਾਲੇ ਲੰਘ ਰਹੇ ਨੇ। ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਭਲਿਓ ਕੀ ਕਰਨ ਲੱਗੇ ਹੋ, ਇਕੱਠੇ ਹੋਏ ਹੋ? ਤੇ ਕਹਿਣ ਲੱਗੇ ਜੀ ਅਸੀਂ ਅਰਦਾਸ ਕਰਨ ਲੱਗੇ ਹਾਂ ਪਰਮਾਤਮਾ ਦੇ ਚਰਨਾਂ ਵਿੱਚ। ਕਾਹਦੇ ਲਈ? ਕਹਿੰਦੇ ਜੀ ਵਰਖਾ ਪਈ ਨੂੰ ਬੜਾ ਸਮਾਂ ਹੋ ਗਿਆ, ਸਾਡੀ ਖੇਤੀ ਵੀ ਸੁੱਕਦੀ ਜਾ ਰਹੀ ਹੈ, ਫਿਰ ਜਿਹੜੇ ਹਨ ਜੀਵ ਜੰਤੂ ਵੀ ਪਾਣੀ ਕਰਕੇ ਬੇਬਲ ਹੋ ਰਹੇ, ਕੁਰਲਾ ਰਹੇ ਨੇ, ਤਪਸ਼ ਦੇ ਨਾਲ ਕਈ ਜੀਵ ਮਰਦੇ ਜਾ ਰਹੇ ਹਨ। ਤੇ ਮਹਾਤਮਾ ਬੰਦਗੀ ਕਰਨ ਵਾਲੇ ਕਹਿਣ ਲੱਗੇ ਕਿ ਛਤਰੀਆਂ ਤੇ ਤੁਸੀਂ ਲੈ ਕੇ ਆਏ ਨਹੀਂ, ਛਤਰੀਆਂ ਲੈ ਕੇ ਆਏ ਹੋ? ਕਹਿੰਦੇ ਜੀ ਮਹਾਤਮਾ ਜੀ ਉਹ ਕੀ ਕਰਨੀ ਹੈ, ਕਿੱਦਾਂ ਤੁਸੀਂ ਸਲਾਹ ਦਿੰਦੇ ਹੋ? ਆਕਾਸ਼ ਦੇ ਵਿੱਚ ਤਪਸ਼ ਪੈ ਰਹੀ ਹੈ, ਤੁਸੀਂ ਕਹਿੰਦੇ ਛਤਰੀਆਂ ਨਹੀਂ ਲੈ ਕੇ ਆਏ, ਇੱਥੇ ਕਿਹੜਾ ਕੋਈ ਮੀਂਹ ਪੈਣ ਡਿਆ, ਕਿੰਨੀ ਧੁੱਪ ਲੱਗੀ ਹੋਈ ਹੈ, ਤੁਸੀਂ ਛਤਰੀਆਂ ਦੀ ਸਲਾਹ ਦਿੰਦੇ ਪਏ ਹੋ।
ਮਹਾਤਮਾ ਕਹਿੰਦੇ ਬਸ ਇੰਨਾ ਹੀ ਫਰਕ ਹੈ, ਜੇ ਤੁਹਾਨੂੰ ਭਰੋਸਾ ਹੋਵੇ ਨਾ ਪਰਮਾਤਮਾ ਦੇ ਚਰਨਾਂ ਤੇ ਕਿ ਅਸੀਂ ਅਰਦਾਸ ਕਰ ਲੱਗੇ, ਸਮੁੱਚੀ ਸੰਗਤ ਮਿਲ ਕਰਕੇ ਅਰਦਾਸ ਕਰ ਰਹੀ ਹੈ, ਹੁਣੇ ਅਰਦਾਸ ਹੋਵੇਗੀ ਤੇ ਹੁਣੇ ਮੀਂਹ ਪਵੇਗਾ, ਇਸ ਕਰਕੇ ਤੁਹਾਨੂੰ ਛਤਰੀਆਂ ਪਹਿਲਾਂ ਲੈ ਕਰਕੇ ਆਉਣੀਆਂ ਚਾਹੀਦੀਆਂ ਸਨ। ਇਹ ਭਰੋਸਾ ਹੋਣਾ ਚਾਹੀਦਾ ਪਰਮਾਤਮਾ ਤੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਜੀਵ ਜੀ ਕੇ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜੇ ਤੇਰੇ ਮਨ ਦੀ ਪੀੜਾ ਹੈ ਨਾ ਗਰੀਬ ਨਵਾਜ, ਸਤਿਗੁਰੂ ਜੀ ਦੇ ਚਰਨਾਂ ਵਿੱਚ ਮਿਲ ਕਰਕੇ ਅਰਦਾਸ ਕਰ, ਕਿਉਂਕਿ ਮਨ ਵਿੱਚ ਭਾਵਨਾ ਤੇ ਪ੍ਰਤੀਤ ਭਰੋਸਾ ਰੱਖ ਕਰਕੇ ਅਰਦਾਸ ਕਰੇਗਾ, ਸਤਿਗੁਰੂ ਦੀ ਜ਼ਰੂਰ ਤੇਰੇ ਤੇ ਕਿਰਪਾ ਕਰਨਗੇ। ਸਾਧ ਸੰਗਤ ਮਹਾਨ ਐਸੇ ਸਿੱਖਾਂ ਦੇ ਜੀਵਨ ਹਨ ਜਿਨ੍ਹਾਂ ਨੇ ਭਾਵੇਂ ਅਜੇ ਤੱਕ ਸਤਿਗੁਰਾਂ ਦੇ ਦੀਦਾਰ ਵੀ ਨਹੀਂ ਸਨ ਕੀਤੇ। ਭਾਈ ਮੱਖਣ ਸ਼ਾਹ ਲੁਬਾਣਾ ਜੀ ਵਰਗੇ ਪਿਆਰ ਵਾਲੇ ਸਿੱਖਾਂ ਦੇ ਜੇ ਮਹਾਰਾਜ ਸੱਚੇ ਪਾਤਸ਼ਾਹੀ ਨੌਕੜ ਦੇ ਸਮੇਂ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ, ਤੇ ਹਜੂਰ ਨੇ ਆਪ ਮੋਢਾ ਲਾ ਕਰਕੇ ਗਰੀਬ ਨਵਾਜ ਸਤਿਗੁਰਾਂ ਨੇ ਬੇੜਾ ਪਾਰ ਲਾ ਦਿੱਤਾ ਹੈ। ਇਸ ਲਈ ਹਜੂਰ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ ਜੀ ਕੀ ਅਰਦਾਸ ਗੁਰ ਪਹਿ ਪਾਈ। ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰ, ਆਪਣੀ ਬੇਨਤੀ ਗੁਰੂ ਚਰਨਾਂ ਵਿੱਚ ਰੱਖਣਾ ਕਰ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਸਰਨ ਪਰੇ ਸਾਚੇ ਗੁਰਦੇਵ। ਜੋ ਵਡਭਾਗੇ ਪੁਰਖ ਸੱਚੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਗਏ ਹਨ, ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰਕੇ ਮਨ ਬਾਣੀ ਸਰੀਰ ਕਰਕੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਪੂਰਨ ਹੋਈ ਸੇਵਕ ਸੇਵਾ। ਉਹਨਾਂ ਸੇਵਕ ਜਨਾਂ ਦੀ ਕੀਤੀ ਹੋਈ ਸੇਵਾ ਪੂਰਨ ਹੋ ਗਈ, ਭਾਵ ਸਫਲ ਹੋ ਗਈ ਹੈ। ਸਾਧ ਸੰਗਤ ਜੀ, ਸੇਵਕ ਬਣ ਕੇ ਸੇਵਾ ਕਰਨੀ ਤੇ ਹੰਕਾਰੀ ਬਣ ਕੇ ਸੇਵਾ ਕਰਨੀ ਦੇ ਵਿੱਚ ਬੜਾ ਵੱਡਾ ਅੰਤਰ ਹੈ। ਮਹਾਰਾਜ ਜੀ ਨੇ ਸੇਵਕ ਦੇ ਲੱਛਣ ਦੱਸੇ ਹਨ ਸੁਖਮਨੀ ਸਾਹਿਬ ਪਾਵਨ ਗੁਰਬਾਣੀ ਅੰਦਰ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਜੋ ਪਹਿਲਾ ਸੇਵਕ ਦਾ ਗੁਣ ਹੈ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਣਾ। ਇਹ ਸਾਰੀ ਪੌੜੀ ਵਿੱਚ ਮਹਾਰਾਜ ਜੀ ਨੇ ਸੇਵਕ ਦੇ ਲੱਛਣ ਦੱਸੇ ਹਨ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਕਾਮਨਾ ਤੁਰਹਿਤ ਹੋ ਕੇ ਜੇ ਸੇਵਾ ਕਰਦੈ। ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ। ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ, ਉਹ ਜੀਵ ਵਡਭਾਗਾ ਪੁਰਖ ਗੁਰੂ ਕੀ ਮਤ ਜੀਵਨ ਵਿੱਚ ਧਾਰਨ ਕਰਦਾ ਹੈ। ਮਨ ਮਤ, ਖੋਟੀ ਮਤ, ਅਨ ਮਤ, ਇਹਨਾਂ ਨੂੰ ਦੂਰ ਕਰਕੇ ਤੇ ਗੁਰਮਤ ਨੂੰ ਧਾਰਨ ਕਰ ਲੈਂਦਾ ਹੈ। ਜੋ ਮਹਾਰਾਜ ਜੀ ਦੇ ਚਰਨਾਂ ਦੀ ਪਿਆਰ ਭਾਵਨਾ ਤੇ ਨਿਮਰਤਾਵਾਨ ਹੋ ਕਰਕੇ ਸੇਵਾ ਕਰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪੂਰਨ ਹੋਈ ਸੇਵਕ ਸੇਵ। ਐ ਗੁਰਸਿੱਖੋ, ਉਹਨਾਂ ਸੇਵਕਾਂ ਦੀ ਕੀਤੀ ਹੋਈ ਸੇਵਾ, ਉਹਨਾਂ ਚਾਕਰਾਂ ਦੀ ਕੀਤੀ ਹੋਈ ਚਾਕਰੀ ਸਫਲ ਹੋ ਗਈ ਹੈ, ਜਿਨ੍ਹਾਂ ਨੇ ਸੱਚੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਜੀਉ ਪਿੰਡ ਜੋ ਬਨ ਰਾਖੈ ਪ੍ਰਾਨ। ਜੋ ਅਕਾਲ ਪੁਰਖ ਪਰਮਾਤਮਾ ਜੀਉ ਜਿੰਦ ਤੇ ਸਰੀਰ ਰੂਪੀ ਪਿੰਡ, ਜੋਬਨ ਜਵਾਨੀ ਦੀ ਅਵਸਥਾ ਔਰ ਪ੍ਰਾਣ ਜਿਹੜੇ ਸਵਾਸ ਚੱਲ ਰਹੇ ਹਨ ਸਰੀਰ ਦੇ ਅੰਦਰ, ਇਹ ਸਭ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਹੈ। ਸਾਧ ਸੰਗਤ ਜੀ, ਜੇ ਸਰੀਰ ਮਿਲਿਆ ਤੇ ਵਿੱਚ ਜਿੰਦ ਜਾਨ ਨਾ ਹੋਵੇ ਤੇ ਉਹ ਸਰੀਰ ਵੀ ਕਾਦੇ ਕੰਮ ਦਾ ਹੈ, ਮਿੱਟੀ ਹੈ, ਉਹਦਾ ਕੋਈ ਮੁੱਲ ਥੋੜਾ ਪੈਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਪਰਮਾਤਮਾ ਨੇ ਸਰੀਰ ਦੇ ਅੰਦਰ ਜਿੰਦ ਪਾਈ ਹੈ, ਉਹ ਪਰਮਾਤਮਾ ਇਹਦਾ ਵੀ ਮਾਲਕ ਹੈ। ਜੇ ਸਰੀਰ ਦਿੱਤਾ ਤੇ ਜਿੰਦ ਦੇਣ ਵਾਲਾ ਵੀ ਪਰਮਾਤਮਾ ਹੈ। ਫਿਰ ਇਸੇ ਤਰ੍ਹਾਂ ਜੋ ਇਹਦੇ ਅੰਦਰ ਸਵਾਸ ਪ੍ਰਾਣ ਚੱਲ ਰਹੇ ਹੈ, ਇਹਨਾਂ ਦਾ ਮਾਲਕ ਵੀ ਪਰਮਾਤਮਾ ਹੈ। ਸਾਧ ਸੰਗਤ ਜੀ, ਪ੍ਰਾਣਾ ਤੋਂ ਬਿਨਾਂ ਵੀ ਸਰੀਰ ਜਿਹੜਾ ਜਿਉਂਦਾ ਨਹੀਂ ਰਹਿੰਦਾ। ਸੋ ਇਸ ਲਈ ਹਜੂਰ ਕਹਿੰਦੇ ਹੈ, ਜੀਵ ਜੀਓ ਪਿੰਡ ਜੋਬਨ ਪ੍ਰਾਣ, ਇਹਨਾਂ ਦਾ ਰਾਖਾ ਅਕਾਲ ਪੁਰਖ ਪਰਮੇਸ਼ਰ ਆਪ ਹੈ। ਜੋਬਨ ਜ਼ਬਾਨੀ ਦੀ ਅਵਸਥਾ
ਔਰ ਇਸ ਪ੍ਰਕਾਰ ਤਰਨ ਅਵਸਥਾ ਇਹ ਸਭ ਦਾ ਮਾਲਕ ਪਰਮੇਸ਼ਰ ਨੂੰ ਜਾਣਨਾ ਕਰ। ਕਹੋ ਨਾਨਕ ਗੁਰ ਕਾ ਕੁਰਬਾਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪੂਰੇ ਸਤਿਗੁਰਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ, ਜਿਨ੍ਹਾਂ ਦੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਜੀਵ ਦਾ ਪ੍ਰਤਾਪ ਸਭ ਥਾਵਾਂ ਤੇ ਪ੍ਰਗਟ ਹੁੰਦਾ ਹੈ, ਜਿਨ੍ਹਾਂ ਸਤਿਗੁਰਾਂ ਦੀ ਮਿਹਰ ਦੇ ਨਾਲ ਲੋਕ ਪਰਲੋਕ ਦੇ ਵੀ ਜੀਵ ਦੀ ਜੈ ਜੈਕਾਰ ਹੁੰਦੀ ਹੈ, ਜਿਨ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਹੋਣੇ ਕਰਕੇ ਜੀਵ ਦੇ ਹਰ ਪ੍ਰਕਾਰ ਦੇ ਤਾਪ ਲਹਿ ਜਾਂਦੇ ਹੈ, ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪ੍ਰਾਣਾ ਤਾਰੇ ਜੀਵ ਉਹਨਾਂ ਸਤਿਗੁਰਾਂ ਤੋਂ ਸਦਾ ਹੀ ਕੁਰਬਾਨ ਜਾਣਾ ਕਰ। ਆਸਾ ਘਰ ਅਠਵਾ ਕਾਫੀ ਮਹੱਲਾ ਪੰਜਵਾ। ਆਸਾ ਰਾਗ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 8ਵੇਂ ਕਰ ਸੁਰ ਤਾਲ ਵਿੱਚ ਕਾਫੀ ਛੰਦ ਵਿੱਚ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਹੇ ਹਨ। ਸਾਧ ਸੰਗਤ ਜੀ, ਕਾਫੀ ਛੰਦ ਦਾ ਨਾਮ ਹੀ ਹੈ ਤੇ ਕਾਫੀ ਦਾ ਅਰਥ ਵਿਦਵਾਨਾਂ ਨੇ ਵੈਰਾਗ ਵੀ ਕੀਤਾ ਹੈ। ਵੈਰਾਗ ਵਿੱਚ ਭਿੱਜ ਕੇ ਨਿਮਰਤਾਵਾਨ ਹੋ ਕੇ ਬੇਨਤੀ ਕਰਨੀ। ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਬੇਨਤੀ ਕਰਨ ਦੀ ਜਾਚ ਦੱਸੀ ਹੈ ਕਿ ਸਿੱਖ ਕਿਵੇਂ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਅਰਦਾਸ ਕਰੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਜ਼ੋਈ ਕਰੇ, ਕਿਉਂਕਿ ਸਾਨੂੰ ਅਜੇ ਤੱਕ ਅਰਦਾਸ ਕਰਨ ਦੀ ਜਾਚ ਵੀ ਨਹੀਂ ਆਈ। ਮਹਾਰਾਜ ਹਜ਼ੂਰ ਨੇ ਬੇਅੰਤ ਸ਼ਬਦ ਗੁਰਬਾਣੀ ਵਿੱਚ ਉਚਾਰਨ ਕੀਤੇ ਹੈ, ਜੋ ਬੇਨਤੀ ਪੂਰਵਕ ਜੋ ਅਰਦਾਸ ਕਰਨ ਦੀ ਜਾਚ ਸਾਨੂੰ ਸਿਖਾਲਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ 8ਵੇਂ ਕਰ ਸੁਰ ਤਾਲ ਦੇ ਅੰਦਰ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦਾ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਅਤੇ ਪ੍ਰਸਾਦ ਆਨੰਦ ਸਰੂਪ ਇੱਕ ਰਸ ਰਹਿਣ ਵਾਲਾ ਹੈ। ਅਥਵਾ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਕਰਕੇ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਕਰਕੇ ਓੰਕਾਰ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਮੈਂ ਬੰਤਾ ਬੈ ਖਰੀਦ। ਹੇ ਅਕਾਲ ਪੁਰਖ ਪ੍ਰਮਾਤਮਾ ਜੀ, ਮਹਾਰਾਜ ਜਗਿਆਸੂ ਮੁਖ ਦੁਆਰਾ ਬੇਨਤੀ ਕਰ ਰਹੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ, ਔਰ ਸਾਨੂੰ ਮਹਾਰਾਜ ਸਿੱਖਿਆ ਦੇ ਰਹੇ ਕਿਵੇਂ ਅਰਦਾਸ ਕਰਨੀ ਚਾਹੀਦੀ ਸਤਿਗੁਰਾਂ ਦੇ ਅੱਗੇ। ਹੇ ਮਹਾਰਾਜ ਮੈਂ ਬੰਦਾ ਬੈ ਖਰੀਦ। ਹੇ ਮਹਾਰਾਜ ਮੈਂ ਆਪ ਜੀ ਦਾ ਬੰਦਾ, ਆਪ ਜੀ ਦਾ ਦਾਸ ਹਾਂ। ਮਹਾਰਾਜ ਬੈ ਖਰੀਦ, ਮੁੱਲ ਖਰੀਦਿਆ ਹੋਇਆ ਤੁਹਾਡਾ, ਕਿਉਂਕਿ ਜਿਤਨੀ ਵੀ ਲੋਕਾਈ ਹੈ ਨਾ, ਸਾਰੀ ਸਾਧ ਸੰਗਤ ਜੀ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੈ। ਚਾਰ ਖਾਣੀਆਂ ਵਿੱਚ ਜਿੰਨੇ ਵੀ ਜੀਵ ਜੰਤੂ ਪੈਦਾ ਕੀਤੇ ਹਨ, ਹਰ ਇੱਕ ਜੀਵ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਬੱਝਾ ਹੋਇਆ ਹੈ। ਹਰ ਇੱਕ ਜੀਵ ਪ੍ਰਮਾਤਮਾ ਦੇ ਅਧੀਨ ਹੈ, ਔਰ ਜਿਹੜਾ ਅਧੀਨ ਭਾਵ ਕਿਸੇ ਨੂੰ ਖਰੀਦਿਆ ਉਹਨੂੰ ਕਿਹਾ ਜਾਂਦਾ ਬੈ ਲੈ ਲੈਣਾ, ਮੁੱਲ ਖਰੀਦਿਆ। ਤੇ ਹਜੂਰ ਕਹਿੰਦੇ ਮੈਂ ਬੰਦਾ ਬੈ ਖਰੀਦ। ਹੈ ਪ੍ਰਮਾਤਮਾ ਮੈਂ ਆਪ ਜੀ ਦਾ ਬੰਦਾ ਤੁਹਾਡਾ ਖਰੀਦਿਆ ਹੋਇਆ ਹਾਂ। ਸੱਚ ਸਾਹਿਬ ਮੇਰਾ। हे ਮੇਰੇ ਮਾਲਕ ਆਪ ਜੀ ਸਦਾ ਸੱਚੇ ਹੋ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਪ ਸਦੀਵੀ ਕਾਲ ਦੀ ਸੱਚੇ ਮੇਰੇ ਮਾਲਕ ਹੋ। ਮਹਾਰਾਜ ਮੈਂ ਤੇ ਆਪ ਜੀ ਦਾ ਖਰੀਦਿਆ ਹੋਇਆ। ਤੇ ਜਿਹੜਾ ਸਾਧ ਸੰਗਤ ਜੀ ਕਿਸੇ ਦਾ ਖਰੀਦਿਆ ਹੋਵੇ ਫਿਰ ਆਪਣੀ ਮਨ ਮਰਜ਼ੀ ਥੋੜਾ ਕਰ ਸਕਦਾ ਹੈ, ਉਹਨੂੰ ਮਾਲਕ ਦੀ ਮਰਜ਼ੀ ਅਨੁਸਾਰ ਚੱਲਣਾ ਪੈਂਦਾ ਹੈ। ਮਾਲਕ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਪੈਂਦਾ ਹੈ। ਔਰ ਹਜੂਰ ਦੇ ਸਾਧ ਸੰਗਤ ਜੀ ਹੋਰ ਵੀ ਗੁਰਬਾਣੀ ਵਿੱਚ ਮੁੱਖ ਵਾਕ ਆਉਂਦੇ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬੇਕਾਨਾ, ਜਿਤ ਲਾਇਆ ਤਿਤ ਲਾਗਾ। हे ਮਹਾਰਾਜ ਮੈਂ ਆਪ ਜੀ ਦਾ ਗੋਲਾ ਚਾਕਰ ਹਾਂ, ਤੁਹਾਡਾ ਦਾਸ ਹਾਂ, ਤੁਹਾਡਾ ਸੇਵਕ ਹਾਂ। ਮੁੱਲ ਖਰੀਦੀ ਲਾਲਾ ਗੋਲਾ। ਮਹਾਰਾਜ ਮੈਂ ਤਾਂ ਆਪ ਜੀ ਦਾ ਮੁੱਲ ਖਰੀਦਿਆ ਹੋਇਆ। ਮਨ ਬਾਣੀ ਸਰੀਰ ਆਪ ਜੀ ਦੇ ਹੱਥ ਤੇ ਮਹਾਰਾਜ ਮੈਂ ਵੇਚ ਦਿੱਤਾ, ਅਰਪਣ ਕਰ ਦਿੱਤਾ ਹੈ। ਫਿਰ ਮੇਰਾ ਉੱਥੇ ਕੀ ਵਜੂਦ, ਮੇਰਾ ਕੀ ਬਲ ਹੋਇਆ। ਮੇਰੀ ਬੁੱਧੀ ਦਾ, ਮੇਰੀ ਸੋਚ ਵਿਚਾਰ ਦਾ ਬਲ ਭਲਾ ਕੀ ਹੋਇਆ। ਜਿਤ ਲਾਇਆ ਤਿਤ ਲਾਗਾ। ਤੇ ਮਾਲਕ ਨੇ ਜਿਸ ਪਾਸੇ ਲਗਾਇਆ ਉਸ ਪਾਸੇ ਹੀ ਲੱਗਣਾ ਪੈਂਦਾ। ਇਸ ਲਈ ਹਜੂਰ ਬਖਸ਼ਿਸ਼ ਕਰ ਰਹੇ ਹੈ
मैं बंदा बै खरीद सच साहिब मेरा। हे मेरे मालक परमात्मा जी, आप जी सਦੀवी काल ਲਈ ਸੱਚੇ ਹੋ। ਤੇ ਮਹਾਰਾਜ ਮਨ ਬਾਣੀ ਸਰੀਰ ਆਪ ਜੀ ਦੀ ਚਰਨਾਂ ਵਿੱਚ ਮਹਾਰਾਜ ਅਸੀਂ ਅਰਪਣ ਕਰ ਦਿੱਤਾ ਹੈ। ਆਪ ਦੇ ਮਹਾਰਾਜ ਅਸੀਂ ਖਰੀਦੇ ਹੋਏ ਹਾਂ। ਜੀਉ ਪਿੰਡ ਸਭ ਤਿਸ ਦਾ। ਇਹ ਜੀਉ ਤੇ ਸਰੀਰ ਪਿੰਡ ਜਿੰਦ ਜਾਨ, ਇਹ ਸਰੀਰ ਤਨ ਮਨ ਸਭ ਕੁਝ ਉਸ ਪਰਮੇਸ਼ਰ ਦਾ ਹੈ। ਸਭ ਕਿਛ ਹੈ ਤੇਰਾ। हे ਮੇਰੇ ਮਾਲਕ, ਜੋ ਵੀ ਮੈਨੂੰ ਜ਼ਿੰਦਗੀ ਵਿੱਚ ਦਿੱਤਾ ਹੈ ਇਹ ਸਭ ਕੁਝ ਤੇਰਾ, ਤੁਹਾਡਾ ਹੈ। ਸਭ ਕੁਝ ਮਹਾਰਾਜ ਆਪ ਜੀ ਦਾ ਹੈ। ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕਉ ਸੌਪਤੇ, ਕਿਆ ਲੱਗਿਆ ਮੇਰਾ। ਮਹਾਰਾਜ ਕਹਿੰਦੇ ਹਨ, ਗੁਰਬਾਣੀ ਅੰਦਰ ਬਚਨ ਆਉਂਦਾ ਹੈ, ਕਹਿੰਦੇ ਜਦੋਂ ਇਹ ਮਨੁੱਖ ਮੈਂ ਮੇਰੀ ਛੱਡ ਕੇ ਸਭ ਕੁਝ ਕਹੀ ਜਾਵੇ ਕਿ ਮਹਾਰਾਜ ਤੁਹਾਡਾ ਹੈ, ਤੁਹਾਡਾ ਹੈ। हे ਪਰਮੇਸ਼ਰ, ਸਰਬ ਥਾਵਾਂ ਤੇ ਆਪ ਵਰਤ ਰਹੇ ਹੋ। ਹਜੂਰ ਕਹਿੰਦੇ ਉਸ ਸਮੇਂ ਫਿਰ ਆਪਣਾਤ ਮਿਟ ਜਾਂਦੀ ਹੈ, ਉਸ ਪ੍ਰਮਾਤਮਾ ਦਾ ਰੂਪ ਹੀ ਜੀਵ ਹੋ ਜਾਂਦਾ ਹੈ। ਪਰ ਬੜਾ ਔਖਾ ਹੈ, ਬੜਾ ਕਠਿਨ ਹੈ। ਥੋੜੀ ਬਹੁਤੀ ਕੋਈ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਨਾ, ਘਾਲਣਾ ਘਾਲੀ ਹੁੰਦੀ ਹੈ, ਉਹ ਹੀ ਹਰ ਸਮੇਂ ਚੇਤੇ ਰੱਖਦਾ ਕਿ ਮਿਹਨਤ ਮੈਂ ਕੀਤੀ ਹੈ, ਇਹ ਘਾਲਣਾ ਮੈਂ ਜ਼ਿੰਦਗੀ ਵਿੱਚ ਘਾਲੀ ਹੈ। ਉਹ ਹਰ ਸਮੇਂ ਮੈਂ ਮੇਰੇ ਆਪਣੇ ਆਪ ਨੂੰ ਚੇਤੇ ਕਰਦਾ ਰਹਿੰਦਾ ਹੈ। ਤੇ ਹਜੂਰ ਦਾ ਭਗਤ ਰਸਨਾ ਦੁਆਰਾ ਬਚਨ ਆਉਂਦਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੋ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਓ ਤਤ ਤੂੰ। ਫਿਰ ਸਰਬ ਥਾਵਾਂ ਤੇ ਉਹ ਪਰਮੇਸ਼ਰ ਆਪ ਹੀ ਨਜ਼ਰ ਆਉਂਦਾ ਹੈ। ਮਾਣ ਨਿਮਾਣੇ ਤੂੰ ਧਣੀ, ਤੇਰਾ ਪਰਵਾਸਾ। हे ਅਕਾਲ ਪੁਰਖ ਪਰਮਾਤਮਾ ਜੀ, ਆਪ ਜੀ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ। ਮਹਾਰਾਜ ਸਾਰੀ ਸ੍ਰਿਸ਼ਟੀ ਦੇ ਧਣੀ ਆਪ ਜੀ ਮਾਲਕ ਹੋ, ਤੇਰਾ ਪਰਵਾਸਾ। ਆਪ ਦੇ ਮਹਾਰਾਜ ਨਿਮਾਣੇ ਸਿੱਖਾਂ ਨੂੰ ਤੁਹਾਡਾ ਹੀ ਹਰ ਸਮੇਂ ਭਰੋਸਾ ਹੈ। ਤੁਹਾਡੇ ਤੇ ਮਹਾਰਾਜ ਸਾਨੂੰ ਮਾਣ ਹੈ। ਆਪ ਜੀ ਤੋਂ ਬਿਨਾਂ ਕਿਹਦਾ ਸੀ ਭਰੋਸਾ ਕਰੀਏ, ਜੇ ਕੋਈ ਸਦਾ ਰਹਿਣ ਵਾਲਾ ਹੈ ਹੀ ਨਹੀਂ ਜਗਤ ਦੇ ਅੰਦਰ। ਸਾਰਾ ਕੁਝ ਮਹਾਰਾਜ ਨਾਸ਼ਵਾਨ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਫਿਰ ਕਿਸ ਦੇ ਉੱਪਰ ਮਹਾਰਾਜ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ। ਇਸ ਲਈ ਗਰੀਬ ਨਵਾਜ ਤੇਰਾ ਪਰਵਾਸਾ, ਆਪ ਜੀ ਦਾ ਮਹਾਰਾਜ ਸਾਨੂੰ ਭਰੋਸਾ ਹੈ। ਤੇਰੀ ਸ਼ਰਨ ਤੇਰਾ ਪਰਵਾਸਾ, ਪੰਜ ਦੁਸ਼ਟ ਲੈ ਸਾਧੇ। ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਧਾਰਨ ਕੀਤੀ ਹੈ, ਇੱਕ ਵਾਹਿਗੁਰੂ ਤੇ ਭਰੋਸਾ ਰੱਖਿਆ ਹੈ, ਉਹਨਾਂ ਨੇ ਪੰਜਾਂ ਵਿਕਾਰਾਂ ਨੂੰ ਵੀ ਦੁਸ਼ਟਾਂ ਨੂੰ ਸੋਧ ਲਿਆ ਹੈ। ਮਹਾਰਾਜ ਤੇਰਾ ਪਰਵਾਸਾ, ਆਪ ਜੀ ਪਰ ਹੀ ਸਾਨੂੰ ਭਰੋਸਾ ਹੈ। ਬਿਨ ਸਾਚੇ ਅਨਟੇਕ ਹੈ। हे ਅਕਾਲ ਪੁਰਖ ਪਰਮਾਤਮਾ ਜੀ, ਆਪ ਜੀ ਸਦਾ ਸੱਚ ਰਹਿਣ ਵਾਲੇ ਹੋ। ਔਰ ਆਪ ਸੱਚੇ ਸਰੂਪ ਤੋਂ ਬਿਨਾਂ ਜਿਹੜਾ ਹੋਰ ਕਿਸੇ ਦੀ ਟੇਕ ਲੈਂਦਾ ਹੈ, ਜੋ ਹੋਰ ਕਿਸੇ ਦਾ ਆਸਰਾ ਤੱਕਦਾ ਹੈ, ਕਦੇ ਕਿਸੇ ਦਰ ਤੇ ਚਲਾ ਜਾਂਦਾ ਹੈ, ਕਦੇ ਕਿਸੇ ਦਹਲੀਜ਼ ਤੇ ਜਾ ਕਰਕੇ ਨੱਕ ਰਗੜਦਾ ਰਹਿੰਦਾ ਹੈ। ਸੋ ਜਾਣੋ ਕਾਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਗੁਰਸਿੱਖੋ ਉਹਨੂੰ ਕੱਚਾ ਜਾਣੋ। ਉਹ ਕੱਚੇ ਜੀਵਨ ਵਾਲਾ ਹੈ, ਕੱਚ ਦੀ ਤਰ੍ਹਾਂ ਉਹਦੀ ਜ਼ਿੰਦਗੀ ਹੈ। ਉਹ ਕਦੇ ਪੱਕੇ ਜੀਵਨ ਵਾਲਾ ਨਹੀਂ ਬਣ ਸਕਦਾ। ਉਹ ਜੀਵਨ ਦੀ ਸਫਲਤਾ ਵਾਲਾ ਨਹੀਂ ਕਦੇ ਹੋ ਸਕਦਾ, ਜਿਹੜਾ ਕਦੇ ਕਿਸੇ ਥਾਂ ਤੇ ਜਾ ਕਰਕੇ ਗੋਡੇ ਰਗੜਦਾ, ਕਦੇ ਕਿਸੇ ਥਾਂ ਤੇ ਜਾ ਕੇ ਭਰੋਸਾ ਬਣਾਈ ਬੈਠਦਾ ਹੈ। ਦਰ ਦਰ ਤੇ ਬਾਰ-ਬਾਰ ਠੋਕਰਾਂ ਖਾਂਦਾ ਰਹਿੰਦਾ ਹੈ। ਇੱਕ ਪ੍ਰਮਾਤਮਾ ਤੇ ਭਰੋਸਾ ਨਹੀਂ ਰੱਖਦਾ। ਸੋ ਜਾਣੋ ਕਾਚਾ, ਉਹ ਜਾਣੋ ਕਿ ਕੱਚਾ ਹੈ। ਇਹ ਗੁਰਬਾਣੀ ਅੰਦਰ ਹਜੂਰ ਦੇ ਜੋ ਬਚਨ ਆਉਂਦੇ ਹਨ, ਮਹਾਰਾਜ ਹਜੂਰ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਸੱਚਾ ਪਿਆਰ ਹੈ ਨਾ ਪ੍ਰਮਾਤਮਾ ਦੇ ਚਰਨਾਂ ਦਾ, ਉਹ ਅਸਲ ਦੇ ਵਿੱਚ ਸੱਚੇ ਹਨ। ਔਰ ਜਿਨ੍ਹਾਂ ਦੇ ਮੁਖ ਵਿੱਚ ਕੁਝ ਹੋਰ ਹੈ ਤੇ ਹਿਰਦੇ ਅੰਦਰ ਛਲ ਕਪਟ ਧਾਰਨ ਕੀਤਾ ਹੈ, ਉਹ ਜਾਣੋ ਕਿ ਕੱਚੇ ਹਨ। ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਪੋਏ ਭਾਰ ਥੀਏ। ਉਹ ਧਰਤੀ ਤੇ ਬੋਝ ਹਨ, ਭਾਰ ਹਨ, ਜੋ ਪ੍ਰਮਾਤਮਾ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ, ਪਿਆਰ ਵਿੱਚ ਭਿੱਜ ਕੇ ਕਦੇ ਰੱਬੀ ਜਾਤ ਵਿੱਚ ਨਹੀਂ ਜੁੜਦੇ। ਹੋ ਜਾਣੋ ਕਿ ਸੰਸਾਰ ਦੇ ਉੱਪਰ ਧਰਤੀ ਤੇ ਭਾਰ ਬੋਝ ਹੀ ਬਣੇ ਹੋਏ ਹਨ। ਕੋਈ ਲਾਭ ਨਹੀਂ ਉਹਨਾਂ ਦਾ ਸੰਸਾਰ ਤੇ ਆਉਣ ਦਾ। ਜਿਵੇਂ ਆਏ ਤਿਵੇਂ ਸੰਸਾਰ ਤੋਂ ਚਲੇ ਗਏ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ,
ਬਿਨ ਸਾਚੇ ਅਨ ਟੇਕ ਹੈ, ਸੋ ਜਾਣਹੁ ਕਾਚਾ। हे ਜੀਵ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਛੱਡ ਕੇ, ਗੁਰੂ ਕਾ ਪੱਲਾ ਛੱਡ ਕੇ ਹੋਰ ਪੱਲੇ ਫੜਨਾ ਕੀਤੇ ਹੈ ਨਾ, ਦਰ ਦਰ ਤੇ ਜਾ ਕਰਕੇ ਹੋਰ ਆਸਰੇ ਤੱਕੇ ਹੈ, ਉਹ ਜਾਣੋ ਕਿ ਕੱਚੇ ਹਨ। ਉਹ ਕਦੇ ਵੀ ਆਪਣੇ ਜੀਵਨ ਦੀ ਸਫਲਤਾ ਨਹੀਂ ਬਣਾ ਸਕਦੇ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਤੇਰਾ ਹੁਕਮ ਅਪਾਰ ਹੈ। हे ਪ੍ਰਮਾਤਮਾ ਜੀ, ਆਪ ਜੀ ਦਾ ਹੁਕਮ ਅਪਾਰ, ਜਿਸ ਦਾ ਆਰ ਤੇ ਪਾਰ ਕਥਨ ਕੀਤਾ ਹੀ ਨਹੀਂ ਜਾ ਸਕਦਾ, ਜਿਸ ਦੇ ਉਰਾਰ ਪਾਰ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਕੋਈ ਅੰਤ ਨਾ ਪਾਏ। ਜੇ ਕਿਸੇ ਨੇ ਯਤਨ ਕੀਤਾ ਵੀ ਹੈ ਨਾ ਮਹਾਰਾਜ, ਕਿਸੇ ਜੀਵ ਤੋਂ ਵੀ ਅੰਤ ਪਾਇਆ ਨਹੀਂ ਗਿਆ। ਬੜੇ ਬੜੇ ਸੰਸਾਰ ਦੇ ਅੰਦਰ ਰਿਖੀ ਮੁਨੀ ਤਪ ਕਰਨ ਵਾਲੇ ਤਪਸਵੀ ਵੀ ਥੱਕ ਹਾਰ ਗਏ, ਪਰ ਆਪ ਜੀ ਦੇ ਹੁਕਮ ਦਾ ਮਹਾਰਾਜ ਕੋਈ ਅੰਤ ਨਹੀਂ ਪਾ ਸਕਿਆ। ਕਿਉਂਕਿ ਹਰ ਇੱਕ ਮਨੁੱਖ ਆਪਣਾ ਹੁਕਮ ਚਲਾਉਣ ਦਾ ਯਤਨ ਕਰਦਾ ਹੈ। ਛੋਟੀ ਜੀ ਦੁਨੀਆ ਤੋਂ ਸ਼ੁਰੂ ਹੁੰਦਾ ਹੈ, ਕਿੰਨੇ ਕਿੰਨੇ ਵੱਡੇ ਸਾਧ ਸੰਗਤ ਜੀ ਰੁਤਬਿਆਂ ਤਖਤਾਂ ਤੱਕ ਪਹੁੰਚ ਜਾਂਦਾ ਹੈ। ਪਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਪਰਮਾਤਮਾ ਜੈਸਾ ਹੁਕਮ ਕੋਈ ਸੰਸਾਰ ਦੇ ਅੰਦਰ ਚਲਾ ਨਹੀਂ ਸਕਦਾ। ਐਸਾ ਹੁਕਮ ਪਰਮਾਤਮਾ ਦਾ ਹੈ ਜਿਸ ਨੇ ਸਾਰੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਹੁਕਮ ਰੂਪੀ ਨੱਥ ਦੇ ਵਿੱਚ ਨੱਥਿਆ ਹੋਇਆ ਹੈ। ਹੁਕਮ ਤੋਂ ਭਾਵ ਅਧੀਨ ਕਰਕੇ ਰੱਖਣਾ, ਆਪਣੀ ਆਗਿਆ ਵਿੱਚ ਜੀਵਾਂ ਨੂੰ ਚਲਾਉਣਾ, ਤੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮੇਸ਼ਰ ਆਪ ਹੈ। ਇਸ ਲਈ ਪਰਮਾਤਮਾ ਦੇ ਹੁਕਮ ਦਾ ਕਦੇ ਆਰ ਪਾਰ, ਕੋਈ ਆਰ ਪਾਰ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਤੇ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਯਤਨ ਕੀਤਾ ਨਾ ਅੰਤ ਪਾਉਣ ਦਾ, ਉਹ ਵੀ ਥੱਕ ਹਾਰ ਕੇ ਸੰਸਾਰ ਤੋਂ ਕੂਚ ਕਰ ਗਏ। ਉਹਨਾਂ ਤੋਂ ਵੀ ਵਾਹਿਗੁਰੂ ਦੇ ਸਰੂਪ ਦਾ ਅੰਤ ਨਾ ਪਾਇਆ ਗਿਆ, ਨਾ ਹੀ ਵਾਹਿਗੁਰੂ ਦਾ ਹੁਕਮ ਉਹਨਾਂ ਤੋਂ ਅੰਤ ਪੈਣ ਵਾਲਾ ਹੈ। ਜਿਸ ਗੁਰ ਪੂਰਾ ਭੇਟ ਸੀ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲੇ ਹਨ। ਭੇਟ ਸੀ ਦਾ ਆਖਰੀ ਅਰਥ ਹੈ ਮਿਲਾਪ। ਪੂਰੇ ਸਤਿਗੁਰਾਂ ਦੇ ਨਾਲ ਜਿਨ੍ਹਾਂ ਦਾ ਮੇਲ ਹੋ ਗਿਆ ਹੈ, ਸੋ ਚੱਲੈ ਰਜਾਏ। ਉਹ ਰਜਾ ਨੂੰ, ਰਜਾ ਦੇ ਅੰਤ ਪਾਉਣ ਨੂੰ ਛੱਡ ਕੇ ਰਜਾ ਦੀ ਵਿੱਥ ਚਰਨਾ ਸ਼ੁਰੂ ਕਰ ਦਿੰਦੇ ਹੈ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲ ਪੈਂਦੇ ਹੈ, ਸਤਿਗੁਰੂ ਜੀ ਦੀ ਮੱਤ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹ ਫਿਰ ਸਮਝ ਲੈਂਦੇ ਹੈ, ਉਹਨਾਂ ਨੂੰ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਪ੍ਰਮਾਤਮਾ ਦੇ ਹੁਕਮ ਦਾ ਅੰਤ ਨਹੀਂ ਪੈਣਾ, ਉਹਦੇ ਹੁਕਮ ਵਿੱਚ ਚੱਲਣਾ ਹੀ ਅਸਲ ਦੇ ਵਿੱਚ ਪਰਮ ਸੁਖ ਹੈ। ਉਸ ਪ੍ਰਮਾਤਮਾ ਦੀ ਰਜ਼ਾ ਦਾ ਅੰਤ ਪਾਉਣ ਦੀ ਥਾਂ ਤੇ ਰਜ਼ਾ ਵਿੱਚ ਚੱਲਣਾ ਜਿਹੜਾ ਸਾਡੇ ਜੀਵਨ ਦੇ ਲਈ ਸੁਖਦਾਇਕ ਹੋਵੇਗਾ। ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਦੀ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹਨ, ਸੋ ਚੱਲੈ ਰਜਾਏ। ਉਹ ਫਿਰ ਰੱਬ ਦੀ ਰਜ਼ਾ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਹਨ ਕਿ ਪ੍ਰਮਾਤਮਾ ਜੀ, ਆਪ ਜੀ ਦੇ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਇਹ ਸਭ ਤੋਂ ਵੱਡਾ ਤੇ ਪਰਮ ਲਾਹੇਵੰਦ ਹੈ। ਪ੍ਰਮਾਤਮਾ ਦੇ ਬਾਣੀ ਨੂੰ ਸਤ ਕਰਕੇ ਮੰਨਣਾ। ਜੋ ਰੱਬ ਦੀ ਰਜ਼ਾ ਵਿੱਚ ਚੱਲਦਾ ਹੈ ਨਾ ਸਾਧ ਸੰਗਤ ਜੀ, ਉਸ ਪੁਰਖ ਜੈਸਾ ਕੋਈ ਸ਼ਕਤੀਸ਼ਾਲੀ ਕੋਈ ਉਹਦੇ ਸਮਸਤ ਕੋਈ ਪੁੱਜ ਨਹੀਂ ਸਕਦਾ। ਸਾਰੀਆਂ ਸ਼ਕਤੀਆਂ ਉਹਦੇ ਅਧੀਨ ਹੋ ਜਾਂਦੀਆਂ ਜੋ ਪ੍ਰਮਾਤਮਾ ਦੀ ਹੁਕਮ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਵਾਹਿਗੁਰੂ ਦੇ ਬਾਣੀ ਨੂੰ ਸਤ ਕਰਕੇ ਮੰਨਦਾ ਹੈ। ਪਰਮਾਤਮਾ ਸਰਬੱਤ ਸ਼ਕਤੀਆਂ ਉਹਨਾਂ ਦੇ ਅਧੀਨ ਕਰ ਦਿੰਦਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਐ ਗੁਰਸਿੱਖੋ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਜੀਵਨ ਵਿੱਚ ਪਾਇਆ ਹੈ, ਉਹਨਾਂ ਨੇ ਪ੍ਰਮਾਤਮਾ ਦੇ ਬਾਣੇ ਵਿੱਚ ਚੱਲਣਾ ਸ਼ੁਰੂ ਕੀਤਾ ਹੈ। ਚਤੁਰਾਈ ਸਿਆਣਪਾ ਕਿਤੈ ਕਾਮ ਨਾ ਆਈਐ। ਫਿਰ ਜੀਵਨ ਦੇ ਅੰਦਰ ਜਿਵੇਂ ਮਨੁੱਖ ਕਿੰਨੀਆਂ ਕਿੰਨੀਆਂ ਚਤੁਰਾਈਆਂ ਕਰਦਾ ਕਿ ਮੈਂ ਬੜਾ ਚਤੁਰ ਚਲਾਕ ਹਾਂ, ਔਰ ਇਸ ਪ੍ਰਕਾਰ ਸਿਆਣਪਾਂ ਵੀ ਬੜਾ ਜਤਾਉਣ ਦਾ ਯਤਨ ਕਰਦਾ। ਸਾਧ ਸੰਗਤ ਜੀ, ਭਾਵੇਂ ਜਿੰਨਾ ਮਰਜ਼ੀ ਮਨੁੱਖ ਚਤੁਰ ਚਲਾਕ ਹੋਵੇ, ਬਹੁਤੀਆਂ ਸਿਆਣਪਾਂ ਵਾਲਾ ਹੋਵੇ, ਪਰ ਪ੍ਰਮਾਤਮਾ ਦੇ ਨਾਲ ਨਾ ਤਾਂ ਕੋਈ ਸਿਆਣਪ ਚੱਲਣ ਵਾਲੀ ਹੈ, ਨਾ ਕੋਈ ਚਤੁਰ ਚਲਾਕੀ ਚੱਲਣ ਵਾਲੀ ਹੈ। ਹਾਂ, ਲੋਕਾਂ ਦੀ ਅੱਖੀਂ ਘੱਟਾ ਪਾ ਕੇ ਕੋਈ ਨਾ ਕੋਈ ਚਲਾਕੀ ਕੀਤੀ ਜਾ ਸਕਦੀ ਹੈ, ਕੋਈ ਨਾ ਕੋਈ ਸਿਆਣਪ ਜਤਾਈ ਜਾ ਸਕਦੀ ਹੈ, ਪਰ ਪਰਮੇਸ਼ਰ ਦੇ ਨਾਲ ਨਾ ਤਾਂ ਕੋਈ ਸਿਆਣਪ ਚੱਲਦੀ ਹੈ ਤੇ ਨਾ ਹੀ ਕੋਈ ਸਾਧ ਸੰਗਤ ਜੀ ਜੀਵ ਦੀ ਚਤੁਰ ਚਲਾਕੀ ਚੱਲ ਸਕਦੀ ਹੈ। ਤਾਂ ਹੀ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੁੱਖ ਵਾਕ ਉਚਾਰਨ ਕੀਤੇ ਹੈ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ,
ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮੇਰੇ ਪਿਆਰੇ ਮਨਾ, ਐਵੇਂ ਕਿਤੇ ਭੁਲੇਖੇ ਵਿੱਚ ਨਾ ਰਹੀ ਕਿ ਮੈਨੂੰ ਬੜੀਆਂ ਚਤੁਰ ਚਲਾਕੀਆਂ ਆਉਂਦੀਆਂ, ਮੈਂ ਬੜਾ ਸਿਆਣਪਾ ਵਾਲਾ, ਮੈਂ ਇਹਨਾਂ ਚਲਾਕੀਆਂ ਦੇ ਨਾਲ ਰੱਬ ਨੂੰ ਪਾ ਲਵਾਂਗਾ, ਇਹ ਨਾਮੁਮਕਿਨ ਹੈ। ਇਹ ਨਹੀਂ ਕਦੇ ਵੀ ਹੋਣ ਵਾਲਾ। ਅਕਾਲ ਪੁਰਖ ਪਰਮਾਤਮਾ ਸਭ ਤੇਰੇ ਅੰਦਰ ਦੀ ਹਰਕਤ ਨੂੰ ਜਾਣਦਾ ਹੈ। ਸੋ ਹਜ਼ੂਰ ਬਖਸ਼ਿਸ਼ ਕਰ ਰਹੇ ਹੈ। ਫਿਰ ਇਹ ਪੰਕਤੀ ਪੜੋ ਜੀ। ਚਤੁਰਾਈ ਸਿਆਣਪਾ ਕਿਨੈ ਕਾਮ ਨਾ ਆਈਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਨ ਕਰਕੇ ਜਿਹੜੀ ਸਾਧ ਸੰਗਤ ਜੀ ਸਿਆਣਪਾਂ ਧਾਰਨ ਕੀਤੀਆਂ, ਬੁੱਧੀ ਦੀਆਂ ਸਿਆਣਪਾਂ ਤੇ ਮਨ ਦੀਆਂ ਚਲਾਕੀਆਂ, ਇਹ ਸਤਿਗੁਰੂ ਜੀ ਕਹਿੰਦੇ ਕਿਤੇ ਵੀ ਕੰਮ ਆਉਣ ਵਾਲੀਆਂ ਨਹੀਂ ਹੈ। ਪਰਮਾਤਮਾ ਦੇ ਘਰ ਵਿੱਚ ਕਿਸੇ ਵੀ ਲੇਖੇ ਵਿੱਚ ਪੈਣ ਵਾਲੀਆਂ ਨਹੀਂ ਹਨ। ਤੁਠਾ ਸਾਹਿਬ ਜੋ ਦੇਵੈ। ਜੋ ਮਾਲਕ ਤਰੁੱਟ ਕਰਕੇ ਦਾਰ ਦਿੰਦਾ ਹੈ ਨਾ, ਪਰਮਾਤਮਾ ਪ੍ਰਸੰਨ ਹੋ ਕਰਕੇ ਤਰੁੱਟ ਕਰਕੇ ਜੀਵ ਦੀ ਝੋਲੀ ਵਿੱਚ ਦਾਤ ਪਾਉਂਦਾ ਹੈ। ਸੋਈ ਸੁਖ ਪਾਈਐ। ਅਸਲ ਦੇ ਵਿੱਚ ਉਸ ਦਾਰ ਦੇ ਵੀ ਜਿਹੜਾ ਸੁੱਖ ਤੇ ਸਕੂਨ ਮਿਲਦਾ ਹੈ, ਉਹ ਸਾਧ ਸੰਗਤ ਜੀ ਚਤੁਰਾਈਆਂ ਤੇ ਸਿਆਣਪਾਂ ਦੇ ਨਾਲ ਦਾਤ ਪਾ ਕਰਕੇ ਕਦੇ ਸੁੱਖ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਜੋ ਮਾਲਕ ਪ੍ਰਸੰਨ ਹੋ ਕੇ ਦਾਤ ਦਿੰਦਾ ਹੈ, ਜੋ ਸੁੱਖ ਤੇ ਸਕੂਨ ਉਹ ਦਾਸ ਦੇਵਿਤ ਹੁੰਦਾ, ਉਹ ਚਤੁਰਾਈਆਂ ਚਲਾਕੀਆਂ ਨਾਲ ਛਲ ਕਪਟ ਕਰਕੇ ਉਹ ਦਾਤ ਪਾਉਣੇ ਦੇ ਵਿੱਚ ਨਹੀਂ ਪ੍ਰਾਪਤ ਹੋ ਸਕਦਾ। ਇਹ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਹੇ ਜੀਵ, ਉਸੇ ਵਿੱਚ ਹੀ ਅਸਲ ਦੇ ਵਿੱਚ ਪਰਮ ਸੁਖ ਪ੍ਰਾਪਤ ਹੋਣ ਵਾਲਾ, ਤੇਰੇ ਹਿਰਦੇ ਨੂੰ ਸਕੂਨ ਮਿਲਣ ਵਾਲਾ, ਆਤਮਿਕ ਸੁਖ ਪ੍ਰਾਪਤ ਹੋਣ ਵਾਲਾ ਜੋ ਪਰਮਾਤਮਾ ਤਰੁੱਟ ਕਰਕੇ ਦਾਤ ਦਿੰਦਾ ਹੈ। ਨਹੀਂ ਤੇ ਕਈ ਰਿਧੀਆਂ ਸਿੱਧੀਆਂ ਕਰਮ ਮਾਤਾਂ ਦੇ ਬਲ ਦੇ ਨਾਲ ਵੀ ਦਾਤਾਂ ਪਾਉਣ ਦਾ ਯਤਨ ਕਰਦੇ ਆ। ਕਈ ਸਾਧ ਸੰਗਤ ਜੀ ਪ੍ਰੇਤਾਂ ਬੁਰੀਆਂ ਬਲਾਵਾਂ ਨੂੰ ਆਪਣੇ ਵਸ ਵਿੱਚ ਕਰਕੇ ਵੀ ਕਈ ਦਾਤਾਂ ਪਾਉਣ ਦਾ ਯਤਨ ਕਰਦੇ ਆ। ਪਰ ਮਹਾਰਾਜ ਹਜ਼ੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਇਹ ਕੈਸੀ ਸੰਸਾਰ ਦੇ ਅੰਦਰ ਦਾਤ ਹੈ, ਇਹ ਕਨੇਹੀ ਦਾਤ ਆਪਸ ਦੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਮਹਾਰਾਜ ਕਹਿੰਦੇ ਉਹ ਅਸਲ ਸ਼ਕਤੀ ਤੇ ਪਰਮ ਸੁਖ ਹੈ ਜੋ ਮਾਲਕ ਦੇ ਪ੍ਰਸੰਨ ਹੋਣੇ ਕਰਕੇ ਜੀਵ ਨੂੰ ਪ੍ਰਾਪਤ ਹੁੰਦਾ ਹੈ। ਇਹ ਕਿਹੜੀਆਂ ਮਹਾਰਾਜ ਕਹਿੰਦੇ ਦਾਤਾਂ, ਜੋ ਕਰਾਮਾਤਾਂ ਦੇ ਬਲ ਦੇ ਨਾਲ ਕੋ ਆਪੋ ਵਿੱਚ ਪਾਉਣ ਦਾ ਯਤਨ ਕਰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹੈ। ਹੇ ਜੀਵ, ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜੋ ਜੀਵਨ ਨਿਰਵਾਹ ਕਰਨਾ ਹੈ, ਵਾਹਿਗੁਰੂ ਨੇ ਜੋ ਤਰੁੱਟ ਕਰਕੇ ਦਾਤ ਬਖਸ਼ਿਸ਼ ਕਰਨੀ, ਉਹਦੇ ਜੈਸਾ ਸੁੱਖ ਕਿਤੇੋਂ ਪ੍ਰਾਪਤ ਹੋਣ ਵਾਲਾ ਨਹੀਂ ਹੈ। ਜੇ ਲੱਖ ਕਰਮ ਕਮਾਈਆ ਹੈ। ਜੇਕਰ ਇਹ ਮਨੁੱਖ ਲੱਖਾਂ ਹੀ ਸ਼ਕਾਮ ਕਰਮਾਂ ਨੂੰ ਕਮਾ ਕਰਕੇ ਦੇਖ ਲਵੇ, ਲੱਖਾਂ ਹੀ ਕਰਮ ਕਾਂਡ ਕਰ ਕਰਕੇ ਦੇਖ ਲਵੇ, ਕਿਛ ਪਵੈ ਨਾ ਬੰਦਾ। ਕਿਸੇ ਪ੍ਰਕਾਰ ਵੀ ਮਨ ਨੂੰ ਬੰਧਨ ਨਹੀਂ ਪਾਇਆ ਜਾ ਸਕਦਾ। ਦੁਨੀਆ ਦੇ ਭਾਵੇਂ ਲੱਖਾਂ ਕਰਮ ਕਾਂਡ ਕਰ ਕਰਕੇ ਦੇਖ ਲਵੇ, ਲੱਖਾਂ ਵਾਰ ਸ਼ਕਾਮ ਕਰਮ ਕਰ ਕਰਕੇ ਦੇਖ ਲਵੇ, ਕਿਛ ਪਵੈ ਨਾ ਬੰਦਾ। ਮਹਾਰਾਜ ਕਹਿੰਦੇ ਇਸ ਮਨ ਨੂੰ ਕਦੇ ਬੰਧਨ ਪਾਇਆ ਹੀ ਨਹੀਂ ਜਾ ਸਕਦਾ, ਭਾਵ ਵਸ ਵਿੱਚ ਕੀਤਾ ਨਹੀਂ ਜਾ ਸਕਦਾ। ਇਹ ਮਨ ਨੂੰ ਪਕੜ ਵਿੱਚ ਲਿਆਂਦਾ ਹੀ ਨਹੀਂ ਜਾ ਸਕਦਾ। ਜਿੰਨਾ ਚਿਰ ਸ਼ਕਾਮ ਕਰਮ ਕਰਦਾ, ਜਿੰਨਾ ਚਿਰ ਦੁਨੀਆ ਦੇ ਕਰਮ ਕਾਂਡ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਉਹਨਾਂ ਚਿਰ ਕਿਛ ਪਵੈ ਨਾ ਬੰਦਾ। ਇਹ ਮਨ ਨੂੰ ਕਦੇ ਬੰਧਨ ਪਾਇਆ ਹੀ ਨਹੀਂ ਜਾ ਸਕਦਾ। ਤਾਂ ਹੀ ਤਾਂ ਮਹਾਰਾਜ ਹਜ਼ੂਰ ਨੇ ਉਚਾਰਨ ਕੀਤਾ ਨਾ, ਹੈ ਜੀਵ ਜੀ ਮਨ ਨੂੰ ਬੰਧਨ ਪਾਉਣਾ ਨਾ ਆਪਣੇ ਵਸ ਵਿੱਚ ਕਰਨਾ, ਗੁਰੂ ਕਿਰਪਾ ਦਾ ਪਾਤਰ ਬਣ, ਮਹਾਰਾਜ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਿਆ ਕਰ। ਜਨ ਨਾਨਕ ਕੀਤਾ ਨਾਮ ਧਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਜੀਵਨ ਦੇ ਅੰਦਰ ਪਰਮੇਸ਼ਰ ਦਾ ਨਾਮ ਧਾਰਨ ਕੀਤਾ ਹੈ, ਹੋਰ ਛੋੜਿਆ ਧੰਦਾ। ਹੋਰ ਸਭ ਦੁਨੀਆ ਦੇ ਧੰਦੇ ਉਹਨਾਂ ਨੇ ਛੱਡ ਦਿੱਤੇ ਹੈ। ਲੱਖਾਂ ਹੀ ਸ਼ਕਾਮ ਕਰਮਾਂ ਦੇ, ਕਰਮ ਕਾਂਡਾਂ ਦੇ, ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਸਾਧਨਾ ਰੂਪ ਧੰਦੇ ਉਹਨਾਂ ਨੇ ਛੱਡ ਦਿੱਤੇ ਹਨ, ਜਿਨ੍ਹਾਂ ਦੇ ਵਿੱਚ ਜੀਵਨ ਅਜਾਈ ਮਨੁੱਖ ਦਾ ਬੀਤਦਾ ਜਾਂਦਾ, ਕੁਝ ਵੀ ਪੱਲੇ ਅੰਤ ਸਮੇਂ ਨਹੀਂ ਪੈਂਦਾ। ਐਸੇ ਮਹਾਰਾਜ ਕਹਿੰਦੇ ਛਲ ਵਾਲੇ ਕਪਟ ਵਾਲੇ ਜਿਹੜੇ ਦੁਨੀਆ ਦੇ ਝੂਠੀ ਕਮਾਈ ਹੈ ਨਾ, ਉਹਨਾਂ ਗੁਰਮੁਖਾਂ ਨੇ ਕਰਨੀ ਛੱਡ ਦਿੱਤੀ ਹੈ। ਜਿਨ੍ਹਾਂ ਨੇ ਜੀਵਨ ਅੰਤ ਵਿੱਚ ਵਾਹਿਗੁਰੂ ਦਾ ਨਾਮ ਧਾਰਨ ਕਰ ਲਿਆ, ਐਸੀ ਪਰਮੇਸ਼ਰ ਦੇ ਨਾਮ ਦੀ ਕਲਾ ਵਰਤਦੀ ਹੈ
ਕਿ ਫਿਰ ਜਿਹੜਾ ਸਾਧ ਸੰਗਤ ਜੀ ਜੀਵ ਨੂੰ ਸੋਝੀ ਆਉਣ ਲੱਗ ਪੈਂਦੀ ਹੈ ਕਿ ਜੇ ਮੈਂ ਝੂਠ ਬੋਲ ਕਰਕੇ ਝੂਠੀ ਕਮਾਈ ਕਰਾਂਗਾ ਨਾ, ਇਹਦਾ ਫਲ ਮੈਨੂੰ ਜ਼ਰੂਰ ਭੋਗਣਾ ਪਵੇਗਾ। ਜੇਕਰ ਮੈਂ ਛਲ ਕਰਾਂਗਾ, ਠੱਗੀ ਮਾਰਾਂਗਾ, ਚੋਰੀ ਕਰਕੇ ਜੇਕਰ ਮੈਂ ਪਰਿਵਾਰ ਦੀ ਪਰਵਰਿਸ਼ ਕਰਾਂਗਾ, ਪਾਲਣਾ ਕਰਾਂਗਾ, ਟੱਬਰ ਪਾਲਾਂਗਾ, ਤੇ ਇਹਦਾ ਵੀ ਫਲ ਮੈਨੂੰ ਜ਼ਰੂਰ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੀ ਭੋਗਣਾ ਪਵੇਗਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਜੀਵ ਨੂੰ ਸੋਝੀ ਆ ਜਾਂਦੀ ਹੈ। ਦੁਨੀਆ ਦੇ ਸਭ ਐਸੇ ਝੂਠੇ ਧੰਦੇ ਕਰਨੇ ਛੱਡ ਦਿੰਦਾ ਹੈ, ਝੂਠੀ ਕਮਾਈ ਕਰਨੀ ਛੱਡ ਦਿੰਦਾ ਹੈ, ਜਿਸ ਕਰਕੇ ਬਾਅਦ ਵਿੱਚ ਨਤੀਜਾ ਜਿਹੜਾ ਬੁਰਾ ਭੁਗਤਣਾ ਪਵੇ। ਜੀਵ ਨੂੰ ਫਿਰ ਗਿਆਤ ਪ੍ਰਾਪਤ ਹੋ ਜਾਂਦੀ ਹੈ। ਫਿਰ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਮਹਾਰਾਜ ਕਹਿੰਦੇ ਉਹ ਮਨੁੱਖ ਜੀਵਨ ਬਤੀਤ ਕਰਦਾ ਹੈ ਕਿ ਜੋ ਕੁਝ ਮੇਰੀ ਪ੍ਰਾਰਬਧ ਅਨੁਸਾਰ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ, ਇਹਦੇ ਵਿੱਚ ਹੀ ਅਸਲ ਦੇ ਵਿੱਚ ਭਲਾ ਹੈ, ਇਹਦੇ ਵਿੱਚ ਹੀ ਅਸਲ ਸੁੱਖ ਹੈ, ਜੋ ਪਰਮਾਤਮਾ ਮੈਨੂੰ ਤਰੁੱਟ ਕਰਕੇ ਦਾਤਾਂ ਬਖਸ਼ਿਸ਼ ਕਰਦਾ ਪਿਆ ਹੈ। ਸੋ ਹਜੂਰ ਬਖਸ਼ਿਸ਼ ਕਰਦੇ ਹੈ। ਹੇ ਜੀਵ, ਜਿਨ੍ਹਾਂ ਨੇ ਜੀਵਨ ਵਿੱਚ ਨਾਮ ਧਾਰਨ ਕੀਤਾ ਹੈ, ਹੋਰ ਛੋੜਿਆ ਧੰਦਾ, ਉਹਨਾਂ ਨੇ ਸਭ ਸੰਸਾਰ ਦੇ ਝੂਠੀ ਕਮਾਈ ਕਰਨੀਆਂ ਛੱਡ ਦਿੱਤੀਆਂ ਹਨ। ਆਸਾ ਮਹਲਾ ਪੰਜਵਾ। ਸਰਬ ਸੁਖਾ ਮੈਂ ਭਾਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹੈ ਜੋਗਿਆਸੂ ਮੁਖ ਦੁਆਰਾ, ਜਿਨ੍ਹਾਂ ਨੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਜਿਵੇਂ ਪ੍ਰਤੱਖ ਵੀ ਮਨੁੱਖ ਨੇ ਬਹੁਤ ਸਾਰੇ ਸਾਧਨ ਕੀਤੇ ਹੋਣ, ਪਰ ਕਿਤੇ ਉਵੇਂ ਆਤਮਿਕ ਸੁੱਖ ਨਾ ਮਿਲਿਆ ਹੋਵੇ। ਵਾਹਿਗੁਰੂ ਦੀ ਬੰਦਗੀ ਕਰਕੇ ਹਿਰਦੇ ਅੰਦਰ ਸੁੱਖ ਪ੍ਰਾਪਤ ਹੋਇਆ ਹੋਵੇ, ਕਣਾ ਆਨੰਦ ਮਿਲ ਜਾਵੇ, ਫਿਰ ਆਪ ਮੁਹਾਰੇ ਹੋ ਕਰਕੇ ਕਹਿੰਦਾ ਕਿ ਹੁਣ ਅਸਲ ਮੈਨੂੰ ਹਿਰਦੇ ਦਾ ਕਣਾ ਆਨੰਦ ਪ੍ਰਾਪਤ ਹੋਇਆ, ਅਸਲ ਪਰਮ ਸੁੱਖ ਤਾਂ ਮੈਨੂੰ ਹੁਣ ਜੀਵਨ ਦੇ ਵਿੱਚ ਮਿਲਿਆ। ਪਹਿਲਾਂ ਤਾਂ ਮੈਂ ਐਵੇਂ ਦਰ ਤੇ ਠੋਕਰਾਂ ਖਾਂਦਾ ਫਿਰਦਾ ਸਾਂ, ਪਹਿਲਾਂ ਤਾਂ ਐਵੇਂ ਮੈਂ ਬਾਰ-ਬਾਰ ਦੁਨੀਆ ਦੇ ਸੰਸਾਰ ਦੇ ਅੰਦਰ ਭਟਕਦਾ ਹੀ ਰਹਿੰਦਾ ਸਾਂ। ਹੁਣ ਅਸਲ ਦੇ ਵਿੱਚ ਮੈਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਹੈ। ਜਿਨ੍ਹਾਂ ਸੁੱਖਾਂ ਦੇ ਵਿੱਚੋਂ ਪਰਮ ਸੁੱਖ ਨੂੰ ਭਾਲਦਾ ਸਾਂ, ਉਹ ਤਾਂ ਮੇਰੇ ਵਾਸਤੇ ਦੁੱਖਦਾਇਕ ਸਨ। ਉਹਨਾਂ ਨੇ ਹੋਰ ਵੀ ਕਈ ਗੁਣਾ ਵੱਧ ਮੈਨੂੰ ਦੁਖੀ ਕੀਤਾ ਹੈ। ਮਹਾਰਾਜ ਫਰਮਾਨ ਕਰਦੇ ਹਨ, ਸਰਬ ਸੁਖਾ ਮੈਂ ਭਾਲਿਆ। ਹੇ ਪ੍ਰਮਾਤਮਾ ਜੀ, ਦੁਨੀਆ ਦੇ ਮਾਇਆ ਦੇ ਹਰ ਇੱਕ ਸੁੱਖ ਦੇ ਵਿੱਚੋਂ ਮੈਂ ਭਾਲ ਕਰਕੇ ਦੇਖੀ ਹੈ। ਹਰ ਜੀਵਟ ਨਾ ਕੋਈ। ਹੇ ਮਹਾਰਾਜ, ਆਪ ਦੇ ਸਰੂਪ ਜੈਸਾ ਸੁੱਖ ਕਿਤੇ ਵੀ ਕੋਈ ਵੀ ਮਹਾਰਾਜ ਨਹੀਂ ਸੀ, ਨਾ ਹੋਵੇਗਾ। ਹਰ ਜੀਵਟ ਨਾ ਕੋਈ, ਤੁਹਾਡੇ ਜਿੱਡਾ ਵੱਡਾ ਕੋਈ ਸੁੱਖ ਦੇਣ ਵਾਲਾ, ਸੁੱਖ ਪ੍ਰਦਾਨ ਕਰਨ ਵਾਲਾ, ਸੁੱਖਾਂ ਦਾ ਦਾਤਾ ਕਿਸੇ ਵੀ ਸੁੱਖ ਦੇ ਵਿੱਚੋਂ ਨਹੀਂ ਪ੍ਰਾਪਤ ਹੋਇਆ। ਤੁਹਾਡੇ ਜੈਸਾ ਮਹਾਰਾਜ ਸੱਚੇ ਪਾਤਸ਼ਾਹ, ਸਰਬ ਕਲਾ ਸਮਰੱਥਾ ਵਾਲਾ, ਸਰਬ ਸ਼ਕਤੀਆਂ, ਸਰਬ ਦਾਤਾਂ ਪ੍ਰਦਾਨ ਕਰਨ ਵਾਲਾ ਕੋਈ ਮੈਨੂੰ ਨਹੀਂ ਪ੍ਰਾਪਤ ਹੋਇਆ। ਹਰ ਇੱਕ ਮਾਇਆ ਦੇ ਸੁੱਖ ਦੇ ਵਿੱਚੋਂ ਮੈਂ ਭਾਲ ਕਰਕੇ ਲੱਭ ਕਰਕੇ ਦੇਖ ਲਿਆ, ਪਰ ਤੁਹਾਡੇ ਜੈਸਾ ਮਹਾਰਾਜ ਆਤਮਿਕ ਸੁੱਖ ਬਖਸ਼ਿਸ਼ ਕਰਨ ਵਾਲਾ, ਸੁਖਦਾਇਕ ਨਾਮ ਦਾ ਦਾਨ ਦੇਣ ਵਾਲਾ, ਤੁਹਾਡੇ ਤੋਂ ਬਿਨਾਂ ਮਹਾਰਾਜ ਕਿਤੇ ਵੀ ਮੈਨੂੰ ਨਹੀਂ ਪ੍ਰਾਪਤ ਹੋਇਆ। ਮਹਾਰਾਜ ਸਭ ਥਾਵਾਂ ਤੇ ਭਾਲ ਕਰਕੇ ਦੇਖਿਆ ਹੈ। ਗੁਰ ਤੁਠੇ ਤੇ ਪਾਈਐ। ਜਦੋਂ ਪੂਰੇ ਸਤਿਗੁਰੂ ਜੀ ਤੁਰਠ ਜਾਂਦੇ ਹਨ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਤੋਂ ਨਾਮ ਦੀ ਦਾਤ ਪਾਈ ਦੀ ਹੈ। ਸੱਚ ਸਾਹਿਬ ਸੋਈ। ਹਜੂਰ ਕਹਿੰਦੇ ਹੋ ਫਿਰ ਜੀਵ ਪਰਮਾਤਮਾ ਨੂੰ ਜਾਣਦਾ ਕਿ ਮੇਰਾ ਮਾਲਕ ਪਰਮੇਸ਼ਰ ਇੱਕ ਸੱਚਾ ਹੈ। ਸੱਚ ਸਾਹਿਬ ਸੋਈ। ਹੇ ਮਹਾਰਾਜ, ਆਪ ਸਦੀਵੀ ਕਾਲ ਵਾਸਤੇ ਸੱਚੇ ਹੋ, ਐਸੀ ਮਨ ਵਿੱਚ ਭਾਵਨਾ ਤੇ ਪ੍ਰਤੀਤ ਬਣ ਜਾਂਦੀ ਹੈ। ਬਲਿਹਾਰੀ ਗੁਰ ਆਪਣੇ। ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਐ ਗੁਰਸਿੱਖੋ, ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਮਹਾਰਾਜ ਤੇ ਕੁਰਬਾਨ ਜਾਣਾ ਕਰੋ। ਸਾਧ ਕੁਰਬਾਨਾ। ਫਿਰ ਮਹਾਰਾਜ ਕਿੰਨੀ ਕੁ ਵਾਰ ਬਲਿਹਾਰ ਜਾਈਏ? ਹਜੂਰ ਕਹਿੰਦੇ ਜੀਵਨ ਪਰਯੰਤ ਸਦਾ ਵਾਸਤੇ ਸਤਿਗੁਰਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜੋ ਗਰੀਬ ਨਵਾਜ ਸਤਿਗੁਰੂ ਜੀ ਸਾਡੇ ਆਪਣੇ ਹਨ, ਹੋਰ ਕੋਈ ਵੀ ਸੰਸਾਰ ਦੇ ਅੰਦਰ ਆਪਣਾ ਨਹੀਂ ਹੈ। ਇਹ ਤਾਂ ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਜਿੰਨੇ ਵੀ ਸਕੇ ਸੰਬੰਧੀ ਧੀਆਂ ਪੁੱਤਰ ਮਾਤ ਪਿਤਾ ਹੈ, ਮਹਾਰਾਜ ਕਹਿੰਦੇ ਸਭ ਪੂਰਬਲੇ ਸੰਜੋਗਾਂ ਕਰਕੇ ਜੀਵ ਤੇਰੇ ਨਾਲ ਮੇਲ ਹੋਇਆ।
ਅੰਤ ਸਮੇਂ ਕੋਈ ਵੀ ਇਹਨਾਂ ਚੋਂ ਰੱਖਿਆ ਕਰਨ ਵਾਲਾ ਨਹੀਂ, ਤੇ ਫਿਰ ਜੋ ਰੱਖਿਆ ਕਰੇ ਉਹੋ ਹੀ ਆਪਣਾ ਹੁੰਦਾ ਹੈ, ਜੋ ਸਹਾਇਕ ਬਣੇ ਉਹੋ ਹੀ ਆਪਣਾ ਹੁੰਦਾ ਹੈ। ਤੇ ਪੂਰੇ ਸਤਿਗੁਰੂ ਜੀ ਐਸਾ ਕੌਣ ਹੈ ਜੋ ਲੋਕ ਪਰਲੋਕ ਦੇ ਵੀ ਸਾਡਾ ਸਹਾਇਕ ਬਣਨ ਵਾਲਾ ਹੈ। ਇਹ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ। ਹੇ ਜੀਵ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਦਾ ਸਦਾ ਪੂਰੇ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਬਲਿਹਾਰ ਜਾਣਾ ਕਰ। ਨਾਮ ਨਾ ਵਿਸਰਾ ਇੱਕ ਖਿਨ ਚਸਾ। ਤੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਦਾਸ ਕੀ ਕਰੀਏ? ਹਜੂਰ ਕਹਿੰਦੇ ਇਹ ਅਰਜ਼ੋਈ ਕਰਿਆ ਕਰ। ਨਾਮ ਨਾ ਵਿਸਰਾਓ ਇੱਕ ਖਿਨ ਚਸਾ। ਇੱਕ ਖਿਨ ਮਾਤਰ ਸਮਾਂ ਵੀ ਮਹਾਰਾਜ ਤੁਹਾਡਾ ਨਾਮ ਸਾਡੇ ਹਿਰਦਿਓਂ ਵਿਸਰੇ ਨਾ। ਇੱਕ ਚਸਾ ਮਾਤਰ ਸਮਾਂ ਵਿੱਚ ਸਾਧ ਸੰਗਤ ਜੀ, ਜੋ ਸਮੇਂ ਦੀ ਵੰਡ ਹੈ ਨਾ, ਖਿਨ ਮਾਤਰ ਜਿਹੜਾ ਸਮਾਂ ਹੁੰਦਾ, ਜਿਵੇਂ ਘੱਟ ਸ਼ਬਦ 2 ਵਾਰ ਉਚਾਰਨ ਕਰੀਏ ਤੇ ਇੱਕ ਖਿਨ ਸਮਾਂ ਗੁਜ਼ਰ ਜਾਂਦਾ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਹਨ, ਵਿਸੋਏ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ। ਇਹ ਸਾਧ ਸੰਗਤ ਜੀ ਸਮੇਂ ਦੀ ਵੰਡ ਕੀਤੀ ਗਈ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਕਿ ਖਿਨ ਚਸਾ 2 ਵਾਰ ਘੱਟ ਸ਼ਬਦ ਉਚਾਰਨ ਕਰੀ ਤੇ ਖਿਨ ਸਮਾਂ ਬਤੀਤ ਹੁੰਦਾ ਹੈ। ਫਿਰ 15 ਵਾਰ ਅੱਖ ਫਰਕੇ ਨਾ ਤੇ ਸਾਧ ਸੰਗਤ ਜੀ ਇੱਕ ਵਿਸਾ ਬਣਦਾ ਹੈ। 15 ਵਿਸਿਆਂ ਦਾ ਇੱਕ ਚਸਾ ਬਣਦਾ ਹੈ। 30 ਚਸਿਆਂ ਦਾ ਇੱਕ ਪਲ, 60 ਪਲਾਂ ਦੀ ਇੱਕ ਘੜੀ, 7.5 ਘੜੀਆਂ ਦਾ ਇੱਕ ਪਹਿਰ, ਔਰ ਇਸੇ ਤਰ੍ਹਾਂ 4 ਪਹਿਰ ਦਿਨ ਤੇ 4 ਪਹਿਰ ਰਾਤ ਦੇ ਹਿੱਸੇ ਆਉਂਦਾ ਹੈ। ਫਿਰ ਇਸੇ ਤਰ੍ਹਾਂ ਦਿਨ, ਮਹੀਨੇ ਤੇ 12 ਮਹੀਨਿਆਂ ਦਾ ਇੱਕ ਸਾਲ, ਇਸ ਸਮੇਂ ਦੀ ਵੰਡ ਕੀਤੀ ਗਈ ਹੈ। ਹਜੂਰ ਬੇਨਤੀ ਕਰ ਰਹੇ ਨੇ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਮਹਾਰਾਜ ਨਾਮ ਨਾ ਵਿਸਰੋ ਇੱਕ ਖਿਨ ਚਸਾ। ਬਹੁਤਾ ਸਮਾਂ ਤੱਕ ਇੱਕ ਚਸਾ, ਇੱਕ ਖਿਨ ਮਾਤਰ ਸਮਾਂ ਵੀ ਤੁਹਾਡਾ ਨਾਮ ਸਾਡੇ ਹਿਰਦੇ ਵਿੱਚੋਂ ਵਿਸਰੇ ਨਾ। ਇਹੋ ਕੀਜੈ ਦਾਨਾ। ਐਸਾ ਮਹਾਰਾਜ ਸਾਡੀ ਸ਼ਰਧਾ ਰੂਪ ਝੋਲੀ ਵਿੱਚ ਦਾਨ ਪਾ ਦੇਵੋ। ਐਸਾ ਮਹਾਰਾਜ ਸਾਡੇ ਤੇ ਆਪ ਜੀ ਬਖਸ਼ਿਸ਼ ਕਰ ਦੇਵੋ। ਐਸੀ ਕਿਰਪਾ ਕਰ ਦੇਵੋ ਮਹਾਰਾਜ ਤੁਹਾਡਾ ਨਾਮ ਨਾ ਕਦੇ ਸਾਨੂੰ ਭੁੱਲੇ। ਹੇ ਗਰੀਬ ਨਵਾਜ, ਤੁਹਾਡੀ ਯਾਦ ਸਦਾ ਹੀ ਸਾਡੇ ਹਿਰਦੇ ਅੰਦਰ ਬਰਕਰਾਰ ਰਹੇ। ਮਨ ਬਾਣੀ ਸਰੀਰ ਕਰਕੇ ਤੁਹਾਡੀ ਯਾਦ ਵਿੱਚ ਜੁੜੇ ਰਹਿਣਾ ਕਰੀਏ। ਐਸਾ ਮਹਾਰਾਜ ਤਰੁੱਟ ਕਰਕੇ ਸਾਨੂੰ ਦਾਨ ਬਖਸ਼ਿਸ਼ ਕਰ ਦੇਵੋ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਭਾਗਠ ਸੱਚਾ ਸੋਏ ਹੈ। ਸੰਸਾਰ ਦੇ ਵਿੱਚ ਬਹੁਤਾ ਧਨ ਤੇ ਬਹੁਤੇ ਪਦਾਰਥ ਹੋਣ, ਸੁਭਾਵਕ ਹੀ ਜਗਤ ਦੇ ਲੋਕ ਉਹਨੂੰ ਸ਼ਾਹੂਕਾਰ ਆਖਣ ਲੱਗ ਪੈਂਦੇ ਹੈ। ਇਹ ਜੀ ਬੜਾ ਧਨਾਢ ਪੁਰਖ ਹੈ। ਤੇ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕੌਣ ਸ਼ਾਹੂਕਾਰ ਹੈ? ਹਜੂਰ ਦੱਸਦੇ ਹਨ, ਜਿਸ ਹਰ ਤਨ ਅੰਤਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ, ਉਹ ਜਾਣੋ ਕਿ ਭਾਗਟ ਸੱਚਾ ਸੋਏ ਹੈ। ਉਹ ਜਾਣੋ ਕਿ ਅਸਲ ਦੇ ਵਿੱਚ ਵੱਡਾ ਸ਼ਾਹੂਕਾਰ ਹੈ। ਭਾਗਠ ਜਿਹਦੇ ਹਿਰਦੇ ਦਾ ਪਿਆਰ ਪ੍ਰਮਾਤਮਾ ਨੂੰ ਪਾਇਆ ਹੈ, ਉਹ ਸਾਧ ਸੰਗਤ ਜੀ ਭਾਗਾਂ ਵਾਲਾ ਹੈ। ਉਹ ਅਸਲ ਸ਼ਾਹੂਕਾਰ, ਉਹ ਵੱਡਾ ਧਨੀ ਹੈ, ਜੋ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹਿਰਦੇ ਅੰਦਰ ਸਾਂਭ ਕਰਕੇ ਰੱਖਦਾ ਹੈ। ਪਰਮੇਸ਼ਰ ਦਾ ਨਾਮ ਰੂਪ ਧਨ ਜਿਸ ਨੇ ਬਹੁਤ ਜ਼ਿਆਦਾ ਇਕੱਤਰ ਕੀਤਾ ਹੈ, ਨਾਮ ਜਪ ਜਪ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪ ਧਨ ਨੂੰ ਸੰਚਿਤ ਕੀਤਾ ਹੈ, ਉਹ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਅਸਲ ਸ਼ਾਹੂਕਾਰ ਹੈ। ਸੋ ਛੂਟਾ ਮਹਾਜਾਲ ਤੇ। ਸੰਸਾਰ ਦੇ ਅੰਦਰ ਜਿਹੜਾ ਮਾਇਆ ਦਾ ਮਹਾ ਬਹੁਤ ਵੱਡਾ ਜਾਲ ਹੈ, ਜਿਸ ਤੋਂ ਛੁੱਟਣਾ ਬੜਾ ਕਠਿਨ ਹੈ, ਬਹੁਤ ਦੁੱਤਰ ਹੈ, ਬੜਾ ਔਖਾ ਹੈ। ਕਿਸੇ ਨਾ ਕਿਸੇ ਪੱਖੋਂ ਜੀਵ ਮਾਇਆ ਦੇ ਜੰਜਾਲ ਦੇ ਵਿੱਚ ਫਸ ਹੀ ਜਾਂਦਾ ਹੈ। ਕਦੇ ਸਰੀਰਾਂ ਦੇ ਮੋਹ ਕਰਕੇ, ਕਦੇ ਪਦਾਰਥਾਂ ਦੀ ਮੇਰ ਤੇਰ ਮਮਤਾ ਕਰਕੇ, ਕਦੇ ਹੰਕਾਰ ਕਰਕੇ, ਕਦੇ ਲੋਭ ਕਰਕੇ, ਕਦੇ ਕ੍ਰੋਧ ਕਰਕੇ, ਕਦੇ ਮੋਹ ਕਰਕੇ। ਇਹ ਮਹਾਰਾਜ ਕਹਿੰਦੇ ਬੜਾ ਵੱਡਾ ਇਹ ਸਾਧ ਸੰਗਤ ਜੀ ਮਾਇਆ ਦਾ ਜਾਲ ਹੈ। ਕੱਲਾ 5 ਵਿਕਾਰਾਂ ਰੂਪੀ ਜਾਲ ਨਹੀਂ, ਅੱਗੇ ਇਹਨਾਂ ਦੀ ਸਾਧ ਸੰਗਤ ਜੀ ਬਹੁਤ ਵੱਡਾ ਜਿਹੜਾ ਜਾਲ ਹੈ, ਈਰਖਾ, ਦਵੈਸ਼, ਦੁਬਦਾ, ਕਈ ਤਰ੍ਹਾਂ ਦਾ ਝੂਠ, ਚੋਰੀ ਆਦਿਕ, ਇਹ ਸਾਰਾ ਮਾਇਆ ਦਾ ਜੰਜਾਲ ਹੈ। ਤਾਂ ਹੀ ਮਹਾਰਾਜ ਕਹਿੰਦੇ ਮਹਾਜਾਲ, ਬਹੁਤ ਵੱਡਾ ਜੰਜਾਲ ਹੈ, ਜਿਸ ਦਾ ਅੰਤ ਪੈਂਦਾ ਹੀ ਨਹੀਂ। ਇਹਦੇ ਤੋਂ ਛੁੱਟਦਾ ਕੌਣ ਹੈ? ਸਤਿਗੁਰੂ ਜੀ ਦੱਸਦੇ ਹਨ, ਜਿਸ ਗੁਰ
ਗੁਰ ਸ਼ਬਦ ਨਿਰੰਤਰ। ਅੰਤਰੇ ਤੋਂ ਬਿਨਾ ਲਗਾਤਾਰ ਜਿਸ ਜੀਵ ਦੇ ਹਿਰਦੇ ਅੰਦਰ ਮਹਾਰਾਜ ਜੀ ਦਾ ਉਪਦੇਸ਼ ਵਸਿਆ ਰਹਿੰਦਾ ਹੈ, ਜਿਸ ਹਿਰਦੇ ਅੰਦਰ ਲਗਾਤਾਰ ਸ਼ਬਦ ਦਾ ਅਭਿਆਸ ਹੁੰਦਾ ਰਹਿੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਛੂਟੈ ਮਹਾਜਾਲ ਤੇ। ਉਹ ਵਡਭਾਗਾ ਪੁਰਖ ਮਾਇਆ ਦੇ ਮਹਾਨ ਵੱਡੇ ਜਾਲ ਤੋਂ ਛੁੱਟ ਜਾਂਦਾ ਹੈ, ਜਗਤ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਮਾਇਆ ਦਾ ਕਿਸੇ ਪ੍ਰਕਾਰ ਦਾ ਉਹਨਾਂ ਨੂੰ ਬੰਧਨ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਸ਼ਬਦ ਸਦਾ ਹੀ ਰਹਿੰਦਾ ਹੈ। ਮਹਾਰਾਜ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਕਦੇ ਵੀ ਜਿਨ੍ਹਾਂ ਨੂੰ ਵਿਸਰਦਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਮਾਇਆ ਦੇ ਮਹਾਨ ਜੰਜਾਲ ਤੋਂ ਛੁੱਟ ਜਾਂਦੇ ਹਨ। ਗੁਰ ਕੀ ਮਹਿਮਾ ਕਿਆ ਕਹਾ। ਸਤਿਗੁਰੂ ਜੀ ਕਹਿੰਦੇ ਹਨ, ਐ ਗੁਰਸਿੱਖੋ, ਪੂਰੇ ਸਤਿਗੁਰੂ ਜੀ ਦੀ ਮਹਾਨ ਮਹਿਮਾ ਨੂੰ ਅਸੀਂ ਕੀ ਕਹਿਣਾ ਕਰੀਏ। ਕਿੰਨੀ ਕੁ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਕਥਨ ਕਰੇਗਾ। ਗੁਰ ਕੀ ਮਹਿਮਾ ਕਿਆ ਕਹਾ। ਹੇ ਜੀਵ, ਪੂਰੇ ਸਤਿਗੁਰਾਂ ਦੀ ਮਹਾਨ ਤੇ ਪਰਮ ਮਹਿਮਾ ਨੂੰ ਕਿੰਨਾ ਕੁ ਕਥਨ ਕਰਨਾ ਕਰੀਏ। ਗੁਰ ਵਿਵੇਕ ਸਤ ਸਰ। ਕਿਉਂਕਿ ਸਤਿਗੁਰੂ ਜੀ ਸੱਚ ਦਾ ਸਰੋਵਰ ਹਨ। ਮਹਾਰਾਜ ਸੱਚੇ ਪਾਤਸ਼ਾਹ ਵਿਵੇਕ ਗਿਆਨ ਦਾ ਸਰੋਵਰ ਹਨ, ਜੋ ਬਿਬ ਏਕ ਦੋਹਾਂ ਤੋਂ ਏਕਤਾ ਕਰਾਉਣ ਵਾਲੇ ਗਿਆਨ ਦਾ ਮਹਾਰਾਜ ਸਾਗਰ ਹਨ। ਇਹ ਗਰੀਬ ਨਿਵਾਜ ਸਤਿਗੁਰਾਂ ਦੀ ਵਡਿਆਈ ਹੈ। ਤੇ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦਾ ਜੋ ਬਚਨ ਆਉਂਦਾ ਹੈ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਗੁਰਬਾਣੀ ਰੂਪ ਜੋ ਖਜ਼ਾਨਾ ਹੈ, ਇਹਦੇ ਵਿੱਚ ਜਿੰਨੀ ਕੋ ਜ਼ਿਆਦਾ ਡੂੰਘਾਈ ਵਿੱਚ ਵਿਚਾਰ ਰੂਪੀ ਟੁੱਭੀ ਲਗਾਉਂਦਾ ਨਾ, ਮਨ ਕਰਕੇ ਇਸ਼ਨਾਨ ਕਰਦਾ, ਉਹਨੂੰ ਸਾਧ ਸੰਗਤ ਜੀ ਹੋਰ ਵੀ ਘਣਾ ਸੁਖ ਪ੍ਰਾਪਤ ਹੁੰਦਾ, ਉਹਨੂੰ ਜ਼ਿਆਦਾ ਗਿਆਨ ਪ੍ਰਾਪਤ ਹੁੰਦਾ ਜਾਂਦਾ। ਜਿੰਨੇ ਕੋ ਜ਼ਿਆਦਾ ਕੋਈ ਵਿਚਾਰ ਰੂਪੀ ਟੁੱਭੀ ਲਗਾਉਂਦਾ ਹੈ, ਮਹਾਰਾਜ ਹਜੂਰ ਕਹਿੰਦੇ ਹਨ, ਗੁਰ ਵਿਵੇਕ ਸਤ ਸਰ। ਸਤ ਸਰ ਨਾਮ ਸਰੋਵਰ ਦਾ ਹੈ। ਸਤਿਗੁਰੂ ਜੀ ਸੱਚ ਦੇ ਸਰੋਵਰ ਹਨ। ਜਿਹੜੇ ਜੀਵ ਜਿਨ੍ਹਾਂ ਨੇ ਝੂਠੇ ਸੰਸਾਰ ਦੇ ਮਾਇਆ ਦੇ ਸੁੱਖਾਂ ਨੂੰ ਧਾਰਨ ਕੀਤਾ, ਜੇ ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਰੂਪੀ ਸਰੋਵਰ ਦੇ ਕੋਈ ਇਸ਼ਨਾਨ ਕਰ ਲੈਂਦਾ ਹੈ, ਗੁਰਬਾਣੀ ਰੂਪ ਸਰੋਵਰ ਦੇ ਵਿੱਚ ਕੋਈ ਮਹਾਰਾਜ ਕਹਿੰਦੇ ਮਨ ਕਰਕੇ ਇਸ਼ਨਾਨ ਕਰ ਲੈਂਦਾ, ਉਹ ਵੀ ਸੱਚ ਸਰੂਪ ਹੀ ਹੋ ਜਾਂਦਾ ਹੈ। ਉਹਦਾ ਕੂੜਾਪਨ ਝੂਠਾਪਨ ਸਤਿਗੁਰੂ ਜੀ ਲਾਹ ਦਿੰਦੇ ਹਨ, ਔਰ ਹਜੂਰ ਗਰੀਬ ਨਿਵਾਜ ਕਿਰਪਾ ਕਰਕੇ ਮਨ ਨੂੰ ਪਵਿੱਤਰ ਕਰ ਦਿੰਦੇ ਹਨ। ਐਸੀ ਪਰਮ ਸਤਿਗੁਰਾਂ ਦੀ ਵਡਿਆਈ ਹੈ। ਤੇ ਜਿਹੜੇ ਵਿਵੇਕ ਤੋਂ ਹੀਣੇ ਆ ਨਾ, ਜਿਹੜੇ ਸਾਧ ਸੰਗਤ ਜੀ ਅਗਿਆਨੀ ਹਨ, ਮਹਾਰਾਜ ਉਹਨਾਂ ਦਾ ਅਗਿਆਨਪਨ ਦੂਰ ਕਰਕੇ ਗਿਆਨਮਨ ਬਣਾ ਦਿੰਦੇ ਹਨ। ਵਿਵੇਕ ਬੁੱਧੀ ਵਾਲੇ ਉਹਨਾਂ ਨੂੰ ਬਣਾ ਦਿੰਦੇ ਹੈ, ਜੋ ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨੂੰ ਪਿਆਰ ਭਾਵਨਾ ਦੇ ਨਾਲ ਪੜ੍ਹਦੇ ਹਨ। ਮਹਾਰਾਜ ਜੀ ਦਾ ਫਲਾ ਉਪਦੇਸ਼ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹਨ। ਉਹ ਆਦ ਜੁਗਾਦੀ ਜੁਗ ਹੈ ਜੁਗ। ਉਹ ਗਰੀਬ ਨਿਵਾਜ ਪੂਰੇ ਸਤਿਗੁਰੂ ਜੀ ਆਦ ਸ੍ਰਿਸ਼ਟੀ ਤੇ ਬਣਨੇ ਤੋਂ ਵੀ ਪਹਿਲਾਂ ਸਨ। ਜੁਗਾਦੀ ਜੁਗਾਂ ਜੁਗਾਂ ਦੇ ਵਿੱਚ ਵੀ ਗਰੀਬ ਨਿਵਾਜ ਸਤਿਗੁਰੂ ਜੀ ਹਨ। ਉਹ ਆਦ ਜੁਗਾਦੀ ਜੁਗ ਹੈ ਜੁਗ, ਜਿਹੜਾ ਭਾਵੇਂ ਸਤਜੁਗ ਹੈ ਭਾਵੇਂ ਤ੍ਰੇਤਾ ਹੈ, ਦੁਆਪਰ ਹੈ, ਚਾਹੇ ਹੁਣ ਕਲਯੁਗ ਦਾ ਸਮਾਂ ਔਰ ਚਾਹੇ ਆਉਣ ਵਾਲਾ ਕੋਈ ਸਮਾਂ ਹੋਵੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਆਦ ਰੂਪ ਅਕਾਲ ਪੁਰਖ ਪਰਮੇਸ਼ਰ ਸਰੂਪ ਸਤਿਗੁਰੂ ਜੀ ਹਨ। ਔਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜ਼ਾਹਰ ਪ੍ਰਤੱਖ ਸਤਿਗੁਰੂ ਜੀ ਸ਼ਬਦ ਦਾ ਅਵਤਾਰ। ਸ੍ਰਿਸ਼ਟੀ ਦੇ ਬਣਨੇ ਤੋਂ ਪਹਿਲਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ। ਔਰ ਜਦੋਂ ਯੁਗਾਂ ਦੀ ਆਰੰਭਤਾ ਹੋਈ, ਉਹਨਾਂ ਯੁਗਾਂ ਵਿੱਚ ਵੀ ਗਰੀਬ ਨਿਵਾਜ ਸਤਿਗੁਰੂ ਜੀ ਹਨ, ਹੁਣ ਵੀ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸ਼ਬਦ ਦਾ ਅਵਤਾਰ ਗਰੀਬ ਨਿਵਾਜ ਸਤਿਗੁਰੂ ਜੀ ਹੀ ਹੋਣਾ ਕਰਨਗੇ। ਪੂਰਾ ਪਰਮੇਸ਼ਰ। ਕਿਉਂਕਿ ਮਹਾਰਾਜ ਪੂਰੇ ਅਕਾਲ ਪੁਰਖ ਪਰਮਾਤਮਾ ਜੀ ਦਾ ਸਰੂਪ ਹਨ। ਪਰਮੇਸ਼ਰ ਸਰੂਪ ਸ਼ਬਦ ਦਾ ਅਵਤਾਰ ਸਤਿਗੁਰੂ ਜੀ ਹਨ। ਨਾਮ ਧਿਆਵਹੁ ਸਦ ਸਦਾ। ਹੇ ਜੀਵ, ਐਸੇ ਸਤਿਗੁਰਾਂ ਦਾ ਨਾਮ ਸਦਾ ਸਦਾ ਧਿਆਉਣਾ ਕਰ। ਜਿਹੜਾ ਨਾਮ ਸਦਾ ਰਹਿਣ ਵਾਲਾ ਹੈ, ਸਦੀਵੀ ਕਾਲ ਰਹਿਣ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਹੈ। ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਦੇ ਨਾਮ ਜਪਿਆ ਕਰ, ਧਿਆਇਆ ਕਰ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਹ ਸਦੀਵੀ ਕਾਲ ਰਹਿਣ ਵਾਲੇ ਹਨ। ਇਸ ਲਈ ਗਰੀਬ ਨਿਵਾਜ ਸਤਿਗੁਰਾਂ ਦੀ ਬਖਸ਼ੀ ਹੋਈ ਨਾਮ ਦੀ ਦਾਤ
ਪਿਆਰ ਦੇ ਨਾਲ ਹਿਰਦੇ ਕਰਕੇ ਧਿਆਇਆ ਕਰ। ਹਰ ਹਰ ਮਨ ਰੰਗੇ ਹੇ ਜੀਵ, ਤੇਰਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਵੇਗਾ, ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਜਾਵੇਗਾ ਜੇ ਹਿਰਦੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਕਰੇਗਾ। ਸਾਧ ਸੰਗਤ ਜੀ, ਇਹ ਸੁਭਾਵਿਕ ਹੈ। ਜਦੋਂ ਤੱਕ ਮਨੁੱਖ ਆਪਣਾ ਧਿਆਨ ਰੰਗਾਂ ਦੀ ਦੁਨੀਆ ਵਿੱਚ ਹਰ ਸਮੇਂ ਲਾ ਕੇ ਰੱਖਦਾ ਹੈ, ਸੰਸਾਰ ਦੇ ਅੰਦਰ ਹਰ ਸਮੇਂ ਲਾ ਕੇ ਰੱਖਦਾ ਹੈ, ਉਦੋਂ ਤੱਕ ਰੰਗ ਵੀ ਮਨ ਨੂੰ ਸੰਸਾਰ ਦਾ ਚੜ੍ਹਿਆ ਰਹਿੰਦਾ ਹੈ। ਸੰਸਾਰ ਦੇ ਅੰਦਰ ਕਦੇ ਵਿਸ਼ੇ ਸੁੱਖਾਂ ਦਾ ਰੰਗ ਹੈ, ਕੋਈ ਮਾਇਆ ਦੇ ਤਰ੍ਹਾਂ ਦੇ ਸੁੱਖਾਂ ਦਾ ਰੰਗ ਹੈ, ਉਦੋਂ ਤੱਕ ਵਾਹਿਗੁਰੂ ਦੇ ਨਾਮ ਦਾ ਰੰਗ ਨਹੀਂ ਕਦੇ ਵੀ ਮਨ ਨੂੰ ਚੜ੍ਹ ਸਕਦਾ। ਜਦੋਂ ਤੱਕ ਦੁਨੀਆ ਦੇ ਰੰਗਾਂ ਵਿੱਚ ਹਰ ਸਮੇਂ ਪਰਚਿਆ ਰਹਿੰਦਾ ਹੈ। ਤੇ ਹਜੂਰ ਕਹਿੰਦੇ ਹਨ, ਇਹ ਜੀਵ ਤਾਂ ਹੀ ਸੰਸਾਰ ਦੇ ਅੰਦਰ ਰੰਗਾ ਜੇ ਹਿਰਦੇ ਅੰਦਰ ਸੰਸਾਰ ਪ੍ਰਤੀ ਪਿਆਰ ਹੈ, ਪ੍ਰਮਾਤਮਾ ਦੇ ਨਾਮ ਦੇ ਨਾਲ ਤੇ ਪਿਆਰ ਲਾਇਆ ਹੀ ਨਾ, ਪਿਆਰ ਵਿੱਚ ਭਿੱਜ ਕੇ ਕਦੇ ਵਾਹਿਗੁਰੂ ਨੂੰ ਯਾਦ ਕੀਤਾ ਹੀ ਨਾ, ਤੇ ਫਿਰ ਕਿਵੇਂ ਸੰਸਾਰ ਤੋਂ ਉਪਰਾਮ ਹੋ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਸਕਦਾ ਹੈ। ਸੋ ਇਸ ਲਈ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਨਾਮ ਧਿਆਵਹੁ ਸਾਧ ਸਦਾ ਹਰ ਹਰ ਮਨ ਰੰਗੇ। ਮਨ ਨੂੰ ਜੇ ਰੰਗਣਾ ਚਾਹੁੰਦਾ ਨਾ ਪ੍ਰਮਾਤਮਾ ਦੇ ਨਾਮ ਦੇ ਨਾਲ, ਵਾਹਿਗੁਰੂ ਦੇ ਪ੍ਰੇਮ ਰੰਗ ਦੇ ਵਿੱਚ, ਫਿਰ ਪਿਆਰ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਿਆ ਕਰ, ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ। ਜੀਉ ਪ੍ਰਾਣ ਧਨ ਗੁਰੂ ਹੈ। ਜੋ ਕੁਝ ਵੀ ਜੀਵਨ ਦੇ ਅੰਦਰ ਜੀਉ, ਜਿੰਦ ਤੇ ਪ੍ਰਾਣ, ਧਨ ਰੋਕੜੀ, ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਨਾਨਕ ਕੈ ਸੰਗੇ ਅਥਵਾ ਮਹਾਰਾਜ ਕਹਿੰਦੇ ਹਨ, ਜੀਉ ਪ੍ਰਾਣ ਧਨ ਗੁਰੂ ਹੈ। ਇਹ ਜੀਵ, ਇਹ ਮਨ ਵਿੱਚ ਨਿਸ਼ਚਾ ਬਣਾ ਕਿ ਸਾਡੇ ਜੀਉ ਜਿੰਦ ਵੀ ਸਤਿਗੁਰੂ ਜੀ ਹਨ, ਸਾਡੇ ਪ੍ਰਾਣ ਵੀ ਮਹਾਰਾਜ ਸੱਚੇ ਪਾਤਸ਼ਾਹ ਹਨ, ਧਨ ਸਾਡੀ ਰੁਕੜੀ ਵੀ ਪੂਰੇ ਸਤਿਗੁਰੂ ਹੈ। ਕਿਉਂਕਿ ਗਰੀਬ ਨਵਾਜ ਸਤਿਗੁਰੂ ਜੀ ਨਾਨਕ ਕੈ ਸੰਗੇ, ਮਹਾਰਾਜ ਨਾਲ ਜਾਣ ਵਾਲੇ ਹਨ। ਜੋ ਕੁਝ ਤੂੰ ਆਪਣਾ ਬਣਾਈ ਬੈਠਾ ਨਾ ਕਿ ਮੇਰੀ ਜਿੰਦ, ਮੇਰੀ ਜਾਨ, ਮੇਰਾ ਸਰੀਰ, ਮੇਰੇ ਪ੍ਰਾਣ, ਮੇਰਾ ਧਨ ਰੋਕੜੀ, ਜ਼ਮੀਨਾਂ ਜਾਇਦਾਦਾਂ ਮੇਰੇ, ਇਹਨਾਂ ਵਿੱਚੋਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਜੀ ਤੇਰੇ ਨਾਲ ਨਿਭਣ ਵਾਲੇ, ਤੇਰੇ ਨਾਲ ਸਹਾਇਤਾ ਕਰਨ ਵਾਲੇ, ਤੇਰੀ ਰੱਖਿਆ ਕਰਨ ਵਾਲੇ ਹਨ। ਇਸ ਲਈ ਗਰੀਬ ਨਵਾਜ ਸਤਿਗੁਰੂ ਜੀ ਨੂੰ ਨਿਸ਼ਚੈ ਕਰਕੇ ਜਾਣ, ਮਹਾਰਾਜ ਮੇਰੀ ਜਿੰਦ ਵੀ ਆਪ ਹੋ, ਮਹਾਰਾਜ ਮੇਰੇ ਪ੍ਰਾਣ ਵੀ ਆਪ ਹੋ, ਮੇਰਾ ਧਨ ਰੋਕੜੀ ਸਭ ਕੁਝ ਹੈ ਗਰੀਬ ਨਵਾਜ ਸਤਿਗੁਰੂ ਜੀ ਆਪ ਹੀ ਹੋ। ਤੁਹਾਡੇ ਤੋਂ ਬਿਨਾਂ ਮਹਾਰਾਜ ਮੇਰਾ ਕੀ ਹੈ, ਆਪ ਜੀ ਤੋਂ ਬਿਨਾਂ ਮਹਾਰਾਜ ਮੇਰਾ ਕੌਣ ਸਹਾਇਕ ਹੋਣ ਵਾਲਾ ਹੈ। ਐਸੀ ਮਹਾਰਾਜ ਕਹਿੰਦੇ ਮਨ ਵਿੱਚ ਭਾਵਨਾ ਬਣਾ ਕੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ। ਹੈ ਜੀਵ, ਤੇਰਾ ਮਨ ਫਿਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਰੰਗਿਆ ਜਾਵੇਗਾ। ਸੰਸਾਰ ਦੇ ਰੰਗਾਂ ਤੋਂ ਜਿਹੜੇ ਖਿਨ ਮਾਤਰ ਸਮੇਂ ਵਿੱਚ ਫਿੱਕੇ ਪੈ ਜਾਣ ਵਾਲੇ ਹੈ, ਇਹਨਾਂ ਤੋਂ ਉਪਰਾਮ ਹੋ ਕੇ ਵਾਹਿਗੁਰੂ ਦੇ ਨਾਮ ਦਾ ਰੰਗ ਤੇਰੇ ਮਨ ਤੇ ਚੜ੍ਹ ਜਾਵੇਗਾ। ਜੇ ਗਰੀਬ ਨਵਾਜ ਸਤਿਗੁਰੂ ਜੀ ਨੂੰ ਆਪਣਾ ਜਾਣ ਕਰਕੇ ਮਹਾਰਾਜ ਦੇ ਉਪਦੇਸ਼ ਨੂੰ ਹਿਰਦੇ ਅੰਦਰ ਵਸਾ ਲਵੇ, ਗੁਰੂ ਬਚਨਾਂ ਨੂੰ ਸਤ ਕਰਕੇ ਮੰਨ ਲਵੇ, ਮਹਾਰਾਜ ਜੀ ਦਾ ਫਲਾ ਉਪਦੇਸ਼ ਆਪਣੇ ਹਿਰਦੇ ਅੰਦਰ ਧਾਰਨ ਕਰ ਲਵੇ, ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਂਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਨਾਮ ਧਿਆਵਹੁ ਸਦ ਸਦਾ, ਹਰ ਹਰ ਮਨ ਰੰਗੇ। ਜੀਉ ਪ੍ਰਾਣ ਧਨ ਗੁਰੂ ਹੈ, ਨਾਨਕ ਕੈ ਸੰਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।